ਆਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਾ ਸਮਾਈ। ਗੁਰ ਈਸ਼ਰ ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਪ ਬਾਣੀ ਦੀ ਜੋ ਲੜੀਵਾਰ ਉਚਾਰ ਚੱਲ ਰਹੀ ਹੈ, 5 ਨੰਬਰ ਪੌੜੀ ਦਾ ਆਪਾਂ ਬੜੇ ਪਿਆਰ ਨਾਲ ਪਾਠ ਸਰਵਣ ਕੀਤਾ ਹੈ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਪੌੜੀ ਦੇ ਅੰਦਰ ਜੋ ਵਿਚਾਰ ਬਖਸ਼ਿਸ਼ ਕਰ ਰਹੇ ਨੇ, ਆਓ ਵਿਚਾਰ ਸਾਂਝੇ ਕਰੀਏ। ਜਿਵੇਂ ਕਿ ਆਪਾਂ ਪਹਿਲੀਆਂ ਪੌੜੀਆਂ ਵਿੱਚ ਵੀ ਪੌੜੀ ਦੀ ਅਖੀਰਲੀ ਤੁਕ ਤੋਂ ਵਿਚਾਰ ਆਰੰਭ ਕਰਦੇ ਹਾਂ ਕਿ ਗੁਰਦੇਵ ਪਿਤਾ ਮਹਾਰਾਜ ਸਾਨੂੰ ਪੌੜੀ ਦੁਆਰਾ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਭਾਵੇਂ ਕਿ ਆਪਾਂ 4 ਪੌੜੀਆਂ ਵਿੱਚ ਲਗਾਤਾਰ ਹੁਕਮ ਦੀ, ਉਹਦੀ ਰਜ਼ਾ ਵਿੱਚ ਤੁਰ ਕੇ ਸਚਿਆਰੇ ਬਣਨ ਦੀ ਗੱਲ ਕਰਦੇ ਆ ਰਹੇ ਹਾਂ। ਗੁਰਦੇਵ ਜੀ 5 ਨੰਬਰ ਪੌੜੀ ਵਿੱਚ ਵੀ ਬਖਸ਼ਿਸ਼ ਕਰਦੇ ਨੇ, ਗੁਰਾ ਇੱਕ ਦੇ 부ਝਾਈ। ਹੇ ਗੁਰੂ, ਮੈਨੂੰ ਉਹ ਸਿੱਖਿਆ ਬਖਸ਼ਿਸ਼ ਕਰ ਜਿਸ ਸਿੱਖਿਆ ਦੁਆਰਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪ੍ਰਣ ਕਰ ਲਵਾਂ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰਦੇਵ ਪਿਤਾ ਮਹਾਰਾਜ ਬਖਸ਼ਿਸ਼ ਕਰਦੇ ਨੇ, ਗੁਰਾ ਇੱਕ ਦੇ 부ਝਾਈ। ਮੈਨੂੰ ਇੱਕ ਸਿੱਖਿਆ ਐਸੀ ਬੁਝਾ ਦਿਓ, ਸਮਝਾ ਦਿਓ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਦਾਤਾ ਇੱਕ ਹੈ। ਇਹ ਗੱਲ ਦਾ ਖਿਆਲ ਰੱਖਣਾ। ਜਦੋਂ ਅਸੀਂ ਸਤਿਗੁਰ ਦੀ ਬਾਣੀ ਪੜ੍ਹਦੇ ਹਾਂ ਤੇ ਜਦੋਂ ਭਿਖਾਰੀਆਂ ਦੀ ਗਿਣਤੀ ਆਈ ਆ ਤਾਂ ਗੁਰਦੇਵ ਨੇ ਉਦੋਂ ਆਖਿਆ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਪਰ ਜਦੋਂ ਦਾਤੇ ਦੀ ਗੱਲ ਬਾਣੀ ਵਿੱਚ ਕੀਤੀ ਹੈ, ਉਦੋਂ ਦਾਤੇ ਦਾ ਜ਼ਿਕਰ ਕਰਦੇ ਹਾਂ ਕਿਤੇ ਵੀ ਬਾਣੀ 'ਚ ਨਹੀਂ ਲਿਖਿਆ ਵੀ ਦਾਤੇ 2 ਨੇ। ਉਦੋਂ ਆਖਿਆ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦਿਨ ਦੇ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਦਾਤਾ ਇੱਕ ਹੈ ਪਰ ਭਿਖਾਰੀ ਸਾਰਾ ਜਗਤ ਹੈ। ਗੁਰਦੇਵ ਮਹਾਰਾਜ ਕਹਿੰਦੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਦਾਤਾ ਇੱਕ ਹੈ, ਪਰ ਗੱਲ ਸਮੱਸਿਆ ਇਹ ਹੈ ਕਿ ਮੈਨੂੰ ਨਾ ਭੁੱਲ ਜਾਏ, ਮੈਂ ਉਸ ਦਾਤੇ ਨੂੰ ਆਪਣੀ ਜ਼ਿੰਦਗੀ 'ਚੋਂ ਵਿਸਾਰ ਨਾ ਦੇਵਾਂ। ਮੈਨੂੰ ਇੱਕ ਇਹੋ ਜਿਹੀ ਸਿੱਖਿਆ ਮੇਰੀ ਸੁਰਤ ਵਿੱਚ ਬਿਠਾ ਦਿਓ ਕਿ ਮੈਂ ਉਸ ਦਾਤੇ ਨੂੰ ਹਮੇਸ਼ਾ ਆਪਣੇ ਅੰਗ ਸੰਗ ਸਮਝ ਕੇ ਮੈਂ ਸਚਿਆਰ ਬਣਨ ਵਾਲੀ ਪੌੜੀ ਦੇ ਉੱਤੇ ਪੈਰ ਰੱਖਦਿਆਂ ਅੱਗੇ ਤੁਰਦਾ ਜਾਵਾਂ ਤੇ ਸਚਿਆਰੇ ਦਾ ਰੂਪ ਬਣ ਸਕਾਂ। ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ, ਗੁਰਾ ਇੱਕ ਦੇ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਵਾਂ ਦਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਦਾਤਾ ਮੈਨੂੰ ਨਾ ਭੁੱਲ ਜਾਏ। ਜਦੋਂ ਅਸੀਂ ਸਤਿਗੁਰ ਦੀ ਬਾਣੀ ਪੜ੍ਹਦੇ ਹਾਂ ਤੇ ਗੁਰਦੇਵ ਪਿਤਾ ਮਹਾਰਾਜ ਕਹਿੰਦੇ ਨੇ, ਸਭ ਸੁਖ ਦਾਤਾ ਰਾਮ ਹੈ। ਇੱਥੇ ਰਾਮ ਦਾ ਅਰਥ ਰਮਿਆ ਹੋਇਆ ਪ੍ਰਮਾਤਮਾ ਹੈ। ਦੂਸਰ ਨਾ ਹੈ ਨਾ ਕੋਈ। ਮਹਾਰਾਜ ਕੋਈ ਦੂਜਾ ਵੀ ਹੈਗਾ। ਵੱਖਰੀ ਗੱਲ ਹੈ ਕਿ ਅਸੀਂ ਕਈ ਬਣਾ ਲਏ ਨੇ। ਅੱਜ ਸਮਾਜ ਵਿੱਚ ਕੋਈ ਕਿਸੇ ਨੂੰ ਸੁੱਖਾਂ ਦਾਤਾ ਮੰਨ ਕੇ ਬੈਠਾ, ਕੋਈ ਕਿਸੇ ਨੂੰ ਸੁੱਖਾਂ ਦਾਤਾ ਮੰਨ ਕੇ ਬੈਠਾ, ਕੋਈ ਕਿਸੇ ਦੀ ਟੇਕ ਲਾ ਕੇ ਬੈਠਾ, ਕੋਈ ਕਿਸੇ ਦੀ ਟੇਕ ਲਾ ਕੇ ਬੈਠਾ। ਪਰ ਇੱਥੇ ਗੁਰਦੇਵ ਜੀ ਕਹਿੰਦੇ ਨੇ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾ ਹੈ ਨਾ ਕੋਏ, ਕਹੋ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਗੁਰਦੇਵ ਪਿਤਾ ਮਹਾਰਾਜ ਕਹਿੰਦੇ ਨੇ, ਬਸ ਜੇ ਉਹ ਦਾਤਾ ਇੱਕ ਤੇ ਮੈਨੂੰ ਨਾ ਭੁੱਲ ਜਾਏ, ਜਿਹੜਾ ਦਾਤਾ ਸਾਰਿਆਂ ਵਿੱਚ ਸਾਡੇ ਸਮਾਇਆ ਹੋਇਆ ਹੈ। ਅਸੀਂ ਉਸ ਦਾਤੇ ਦਾ ਰੂਪ ਹਾਂ, ਸਾਡੇ ਵਿੱਚ ਬੈਠਾ ਹੈ। ਮੈਂ ਉਹਨੂੰ ਆਪਣੀ ਜ਼ਿੰਦਗੀ 'ਚੋਂ ਭੁਲਾ ਨਾ ਦੇਵਾਂ, ਯਾਨੀ ਕਿ ਮੈਂ ਆਪਣੀ ਜ਼ਿੰਦਗੀ 'ਚੋਂ ਚੰਗਿਆਈ ਵਿਸਾਰ ਨਾ ਦੇਵਾਂ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੁਣ ਉਸ ਦਾਤੇ ਨੂੰ ਮੈਂ ਭੁੱਲ ਨਾ ਜਾਵਾਂ, ਉਹਦੇ ਵਾਸਤੇ ਮੈਂ ਕੀ ਕਰਾਂ? ਕੋਈ ਮੂਰਤੀ ਬਣਾ ਲਵਾਂ, ਕੋਈ ਫੋਟੋ ਤਿਆਰ ਕਰ ਲਵਾਂ, ਕੋਈ ਇਹੋ ਜਿਹੀ ਸੀਨਰੀ ਬਣਾ ਲਵਾਂ ਜਿਹਦੇ ਵੱਲ ਵੇਖ ਕੇ ਮੈਨੂੰ ਚੇਤਾ ਰਹਿ ਸਕੇ ਵੀ ਦਾਤਾ ਇੱਕ ਹੀ ਹੈ। ਮਹਾਰਾਜ ਮੈਨੂੰ ਕੋਈ ਤਰੀਕਾ ਦੱਸੋ ਜੋ ਦਾਤਾ ਮੈਨੂੰ ਭੁੱਲੇ ਨਾ। ਮੈਂ ਕਿਹੜਾ ਤਰੀਕਾ ਵਰਤਾਂ? ਜਿਵੇਂ ਅੱਜ ਆਮ ਹੀ ਸਮਾਜ ਵਿੱਚ ਕਿਹਾ ਜਾਂਦਾ, ਜੀ ਸਾਡਾ ਧਿਆਨ ਉਖੜ ਜਾਂਦਾ, ਫਿਰ ਅਸੀਂ ਬਾਣੀ ਪੜ੍ਹਨ ਲੱਗਿਆਂ ਧਿਆਨ ਕਿਹ 'ਚ ਟਿਕਾਈਏ।
मैं उसकी कोई मूर्ति बना लवां, कोई ਉਹਨੂੰ मैं कोई स्थापित कर लवां, मैं किदां दा तरीका अपनावां ਜਿਹਦੇ ਕਰਕੇ ਉਹਨੂੰ मैं भुला ना सकां। ਤੇ महाराज जप ਦੀ ਇਸ ਬਾਣੀ ਵਿੱਚ 5ਵੀਂ ਨੰਬਰ ਪੌੜੀ ਵਿੱਚ ਜਿਹੜੀ ਵਿਚਾਰ ਦੇ ਰਹੇ ਨੇ, ਗੁਰਦੇਵ ਜੀ ਸਮਝਾ ਰਹੇ ਨੇ, ਥਾਪਿਆ ਨਾ ਜਾਏ। ਹੁਣ ਜਪ ਦੀ 5 ਨੰਬਰ ਪੌੜੀ ਦੇ ਆਰੰਭ ਵਿੱਚ ਜੋ ਵਿਚਾਰ ਦੇ ਰਹੇ ਨੇ, ਕਹਿੰਦੇ ਥਾਪਿਆ ਨਾ ਜਾਏ, ਉਹਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ, ਕੀਤਾ ਨਾ ਹੋਏ, ਉਹ ਸਾਡੇ ਬਣਾਇਆ ਬਣ ਨਹੀਂ ਸਕਦਾ। ਵੱਖਰੀ ਗੱਲ ਹੈ ਕਿ ਅੱਜ ਲੋਕਾਂ ਨੇ ਰੱਬ ਵੀ ਬਣਾ ਧਰੇ, ਅੱਜ ਰੱਬ ਵੀ ਆਪਣੀ ਮੁਤਾਬਕ ਆਪਣੀ ਮਰਜ਼ੀ ਦਾ ਰੱਬ ਬਣਾਇਆ ਹੈ। ਕਿਸੇ ਨੇ ਪੱਥਰ ਦਾ ਬਣਾਤਾ, ਕਿਸੇ ਨੇ ਲੱਕੜ ਦਾ ਬਣਾਤਾ, ਕਿਸੇ ਨੇ ਪੇਪਰ ਦਾ ਬਣਾਤਾ। ਕੋਈ ਕਹਿੰਦਾ ਜੀ ਆਹ ਰੱਬ ਹੈ, ਤੁਸੀਂ ਇੱਥੇ ਆਣ ਕੇ ਮੱਥੇ ਟੇਕੋ। ਉਹ ਵਿਦਵਾਨ ਨੇ ਲਿਖਿਆ ਸੀ ਨਾ, ਬੁੱਤੋਂ ਕਿਆ ਖੂਬ ਤਰੱਕੀ ਕੀ, ਜਬ ਤਰਾਸ਼ੇ ਨਾ ਥੇ ਤੋ ਪੱਥਰ ਸੇ ਤਰਾਸ਼ੇ ਗਏ ਤੋ ਖੁਦਾ ਬਣ ਗਏ। ਉਹ ਪੱਥਰ ਜਿਹਦੇ ਤੇ ਕਦੀ ਜਾਨਵਰ ਆਣ ਕੇ ਵਿਠਾ ਕਰਦੇ ਸਨ, ਜਿਸ ਪੱਥਰ ਨੂੰ ਬੰਦੇ ਦਾ ਹੱਥ ਨਹੀਂ ਸੀ ਲੱਗਾ, ਬੰਦੇ ਦਾ ਹੱਥ ਲੱਗਣ ਦੀ ਦੇਰ ਸੀ, ਉਹਦੇ ਨੱਕ ਬੁੱਲ ਤਿਆਰ ਕਰ ਦਿੱਤੇ ਤੇ ਲੋਕ ਭਗਵਾਨ ਸਮਝ ਕੇ ਉਹਦੇ ਗਾੜੀ ਮੱਥੇ ਟੇਕਣ ਲੱਗ ਪਏ। ਗੁਰਦੇਵ ਜੀ ਨੇ ਕਿਹਾ, ਬੰਦਿਆ ਉਹ ਮਾਲਕ ਤੇਰੇ ਅੰਦਰ ਬੈਠਾ ਹੋਇਆ, ਉਹਨੂੰ ਸਥਾਪਿਤ ਕਰਨ ਦੀ ਲੋੜ ਨਹੀਂ। ਭਾਵੇਂ ਕਿ ਵੱਖਰੀ ਗੱਲ ਹੈ ਕਿ ਅੱਜ ਰੱਬ ਸਥਾਪਿਤ ਕੀਤੇ ਹੋਏ ਨੇ। ਇੱਕ ਗੱਲ ਦਾ ਹੋਰ ਖਿਆਲ ਰੱਖਣਾ, ਜਿਵੇਂ ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਇਹ ਬਖਸ਼ਿਸ਼ ਭਰੇ ਬਚਨ ਕੀਤੇ ਨਾ ਵੀ ਅੱਲਾ ਏਕ ਮਸੀਤ ਬਸਤ ਹੈ। ਜਿਵੇਂ ਜਦੋਂ ਉਹ ਕਿਸੇ ਮੁਸਲਮਾਨ ਭਰਾ ਤੇ ਸਵਾਲ ਕਰਦੇ ਵੀ ਅੱਲਾ ਕਿੱਥੇ ਰਹਿੰਦਾ, ਉਹ ਕਹਿੰਦਾ ਮਸੀਤ ਵਿੱਚ ਰਹਿੰਦਾ ਹੈ। ਤਾਂ ਹਿੰਦੂ ਵੀਰ ਨੂੰ ਪੁੱਛਦੇ ਨੇ ਤੇਰਾ ਭਗਵਾਨ ਕਿੱਥੇ ਰਹਿੰਦਾ, ਉਹ ਕਹਿੰਦਾ ਮੂਰਤੀ ਵਿੱਚ ਨਮਾਜ਼ ਕਰਦਾ। ਤੇ ਭਗਤ ਕਬੀਰ ਜੀ ਨੇ ਬਹੁਤ ਪਿਆਰਾ ਸਵਾਲ ਕੀਤਾ ਸੀ ਵੀ ਹਿੰਦੂ ਅੱਲਾ ਏਕ ਮਸੀਤ ਬਸਤ ਹੈ, ਜੇ ਅੱਲਾ ਇੱਕ ਮਸੀਤ ਵਿੱਚ ਵਸਦਾ ਹੈ ਤੇ ਅਵਰ ਮੁਲਕ ਕਿਸ ਕੇਰਾ, ਬਾਕੀ ਦੁਨੀਆ ਨੂੰ ਕੌਣ ਚਲਾ ਰਿਹਾ ਹੈ। ਹਿੰਦੂ ਮੂਰਤ ਨਾਮ ਨਿਵਾਸੀ, ਹਿੰਦੂ ਵੀਰ ਨੂੰ ਕਿਹਾ ਵੀ ਜੇ ਤੇਰਾ ਭਗਵਾਨ ਮੂਰਤੀ 'ਚ ਨਿਵਾਸ ਕਰਦਾ ਤੇ ਬਾਕੀ ਦੁਨੀਆ ਕਿਹਦੇ ਆਸਰੇ ਚੱਲਦੀ। ਹਿੰਦੂ ਮੂਰਤ ਨਾਮ ਨਿਵਾਸੀ, ਦੋ ਮੈਂ ਤਤ ਨਹੇਰਾ, ਤੁਹਾਨੂੰ ਦੋਵਾਂ ਨੂੰ ਅਸਲੀਅਤ ਦਾ ਨਹੀਂ ਪਤਾ। ਹੁਣ ਇਹ ਗੱਲ ਬਹੁਤ ਵੱਡੀ ਸੀ, ਕਿਸੇ ਦੀ ਆਸਥਾ ਦੇ ਉੱਤੇ ਸੱਟ ਮਾਰਨੀ, ਕਿਉਂਕਿ ਉਹਨਾਂ ਦਾ ਅਕੀਦਾ ਸੀ ਉਹ ਪੱਥਰ ਨੂੰ ਭਗਵਾਨ ਕਹਿੰਦਾ ਸੀ, ਉਹ ਮੱਕੇ ਵਿੱਚ ਅੱਲਾ ਨੂੰ ਮੰਨਦਾ ਸੀ, ਪਰ ਪਰਵਾਹ ਨਹੀਂ ਕੀਤੀ ਸੱਚ ਜਿਹੜਾ ਸੱਚ ਹੈ। ਜਿਵੇਂ ਅੱਜ ਸਾਡੇ ਸਮਾਜ ਵਿੱਚ ਕੋਈ ਜਦੋਂ ਪ੍ਰਚਾਰਕ ਗੁਰਬਾਣੀ ਦੀ ਰੌਸ਼ਨੀ ਵਿੱਚ ਕੋਈ ਅੰਧ ਵਿਸ਼ਵਾਸ ਦੇ ਉੱਤੇ ਵਿਚਾਰ ਦਿੰਦਾ ਹੈ, ਭਾਈ ਆਹ ਨਾ ਕਰੋ, ਤੇ ਕਹਿੰਦੇ ਸਾਡੀ ਸ਼ਰਧਾ ਤੋੜਦੇ ਨੇ ਜੀ। ਯਾਦ ਰੱਖਣਾ, ਇਹ ਸ਼ਰਧਾ ਨਹੀਂ, ਅੰਧ ਵਿਸ਼ਵਾਸ ਹੈ, ਅਗਿਆਨਤਾ ਹੈ। ਉਹ ਅਗਿਆਨਤਾ ਉੱਡਣੀ ਹੈ ਜਦੋਂ ਗਿਆਨ ਦੀ ਹਨੇਰੀ ਆਉਣੀ ਹੈ। ਭਾਵੇਂ ਉਹ ਕਿਸੇ ਸਾਧ ਤੇ ਬਣੀ ਹੋਵੇ, ਕਿਸੇ ਬਾਬੇ ਤੇ ਬਣੀ ਹੋਵੇ, ਭਾਵੇਂ ਗੁਰੂ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਤੇ ਬਣੀ ਹੋਵੇ, ਕਿਉਂਕਿ ਗੁਰੂ ਨੇ ਸਾਨੂੰ ਸ਼ਬਦ ਵਿਚਾਰ ਬਖਸ਼ਿਸ਼ ਕੀਤਾ ਹੈ। ਤਾਂ ਮਹਾਰਾਜ ਜਿਹੜੀ ਇੱਥੇ ਗੱਲ ਬੜੀ ਪਿਆਰੀ ਕਰ ਰਹੇ ਨੇ ਕਿ ਮੈਨੂੰ ਉਹ ਭੁੱਲ ਨਾ ਜਾਏ, ਮੈਂ ਕਿਹੜਾ ਤਰੀਕਾ ਵਰਤਾਂ, ਉਹਨੂੰ ਮੈਂ ਸਥਾਪਿਤ ਕਰ ਲਵਾਂ। ਕਹਿੰਦੇ ਨਾ ਭਾਈ, ਜਿਵੇਂ ਉਹ ਕਹਿੰਦੇ ਸੀ ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਮਕਾਮਾ, ਗੁਰਮਤਾਂ ਦੀ ਦਿਲ ਮੇ ਖੋਜ, ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਉਹ ਤੇਰੇ ਦਿਲ 'ਚ ਵਸਦਾ ਹੈ, ਤੇਰੇ ਅੰਦਰ ਹੈ, ਯਾਨੀ ਕਿ ਤੂੰ ਉਹਦਾ ਹਿੱਸਾ ਹੈ। ਆਪਣੇ ਆਪ ਨੂੰ ਖੋਜ, ਇਹੋ ਹੀ ਉਹਦੀ ਪ੍ਰਾਪਤੀ ਹੈ, ਯਾਨੀ ਕਿ ਆਪਣੇ ਆਪ ਨੂੰ ਸਵਾਰ ਲਾ। ਗੁਰਦੇਵ ਮਹਾਰਾਜ ਕਹਿੰਦੇ ਥਾਪਿਆ ਨਾ ਜਾਏ, ਉਹਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ, ਤੇ ਕੀਤਾ ਨਾ ਹੋਏ, ਯਾਨੀ ਕਿ ਤੇਰੇ ਕੀਤਿਆਂ ਹੋ ਨਹੀਂ ਸਕਦਾ, ਤੂੰ ਉਹਨੂੰ ਬਣਾਉਣਾ ਚਾਹੇ। ਤੇ ਹੁਣ ਜਿਵੇਂ ਜਦੋਂ ਹਿੰਦੂ ਵੀਰ ਮੰਦਰ ਜਾਂਦਾ, ਉਹ ਆਪਣੇ ਭਗਵਾਨ ਨੂੰ ਮਿਲਣ ਜਾਂਦਾ, ਉਹਦੇ ਕਹਿਣ ਮੁਤਾਬਕ ਹੈ। ਉਹ ਕਹਿੰਦਾ ਜੀ ਮੈਂ ਆਪਣੇ ਭਗਵਾਨ ਦੇ ਦਰਸ਼ਨ ਕਰਨ ਚੱਲਿਆ। ਮੁਸਲਮਾਨ ਭਰਾ ਜਿਹੜੇ ਆ ਮੱਕੇ ਆਪਣੇ ਅੱਲਾ ਨੂੰ ਮਿਲਣ ਜਾਂਦੇ, ਉਹਨਾਂ ਦੇ ਕਹਿਣ ਮੁਤਾਬਕ ਅੱਲਾ ਮਸੀਤ ਵਿੱਚ ਵਸਦਾ ਹੈ। ਪਰ ਜੇ ਸਿੱਖ ਨੂੰ ਪੁੱਛੋ ਤੂੰ ਕਿੱਥੇ ਚੱਲਿਆ, ਤੇ ਸਿੱਖਾਂ ਵਿੱਚ ਵੀ ਇਹ ਸ਼ਬਦ ਅੱਜ ਪ੍ਰਚਲਿਤ ਹੈ, ਮੈਂ ਗੁਰੂ ਘਰ ਚੱਲਿਆ। ਉਹਦੇ ਮੁਤਾਬਕ ਗੁਰਦੁਆਰਾ ਗੁਰੂ ਦਾ ਘਰ ਹੈ, ਪਰ ਬਲਕਿ ਸ਼ਬਦ ਗੁਰੂ ਘਰ ਨਹੀਂ ਹੈ, ਗੁਰਦੁਆਰਾ ਹੈ। ਤੁਸੀਂ ਆਮ ਵੇਖਿਆ ਹੋਏਗਾ ਗੁਰਦੁਆਰਾ ਲਿਖਿਆ ਹੁੰਦਾ। ਜੇ ਉਹ ਗੁਰੂ ਘਰ ਹੈ ਤੇ ਸੰਸਾਰ ਕਿਹਦਾ ਘਰ ਹੈ। ਬਾਣੀ ਤੇ ਆਂਦੀ ਹੈ ਵੀ ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸੈ। ਸਾਰਾ ਸੰਸਾਰ ਹੀ ਗੁਰੂ ਦਾ ਘਰ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਅਸੀਂ ਗੁਰਦੁਆਰੇ ਗੁਰੂ ਰੱਬ ਨੂੰ ਮਿਲ ਨਹੀਂ ਜਾਂਦੇ, ਅਸੀਂ ਵਿਆਪਕ ਰੱਬ ਬਾਰੇ ਗੁਰਦੁਆਰੇ ਸਮਝਣ ਜਾਂਦੇ ਹਾਂ। ਜਿਹੜਾ ਰੱਬ ਸਾਡੇ ਸਾਰਿਆਂ ਵਿੱਚ ਸਮਾਇਆ ਹੋਇਆ, ਅਸੀਂ ਉਸ ਰੱਬ ਬਾਰੇ, ਉਸ ਮਾਲਕ ਦੀ ਸਿੱਖਿਆ ਬਾਰੇ, ਜੋ ਸਾਨੂੰ ਇੰਝ ਕਹਿ ਲਓ ਗੁਰਦੁਆਰਾ ਇੱਕ ਸਕੂਲ ਹੈ ਜਿੱਥੋਂ ਅਸੀਂ ਲੈਸਨ ਲੈਣ ਜਾਂਦੇ ਹਾਂ, ਜਿੱਥੋਂ ਅਸੀਂ ਸਿੱਖਿਆ ਲੈਣ ਜਾਂਦੇ। ਵੱਖਰੀ ਗੱਲ ਹੈ ਕਿ ਅੱਜ ਅਸੀਂ ਝਾੜ ਪੂੰਝ ਕਰਕੇ ਬਾਹਰੀ ਤੌਰ 'ਤੇ ਉੱਥੇ ਭੱਜ ਨੱਸ ਕਰਕੇ ਆ ਜਾਂਦੇ ਹਾਂ। ਕੋਈ ਟਾਵਾਂ ਜਿਹੜਾ ਉੱਥੋਂ ਗੁਰੂ ਦੀ ਵਿਚਾਰ ਲੈਣ, ਗੁਰਦੁਆਰਿਓਂ ਸੋਝੀ ਲੈਣ ਜਾਣਾ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਵੱਖਰੀ ਗੱਲ ਹੈ ਆ ਨਾ ਅੱਜ ਸੋਝੀ ਦੇਣ ਦਾ ਉੱਥੇ ਪ੍ਰਬੰਧ ਇੰਨਾ ਵਧੀਆ ਹੈਗਾ, ਨਾ ਕੋਈ ਸੋਝੀ ਲੈਣ ਵਾਸਤੇ ਜਾਂਦਾ ਹੈ। ਤੇ ਜੇ ਤੁਸੀਂ ਇਹ ਕਹੋ ਕਿ ਵੇਖੋ ਜੀ ਅਸੀਂ ਇੰਨਾ ਲੰਬਾ ਟਾਈਮ ਕਿਹਾ ਸਾਨੂੰ ਅਸੀਂ ਸਿੱਖਿਆ ਕੋਈ ਨਹੀਂ, ਵਾਸਤਵ ਵਿੱਚ ਸਿਖਾਇਆ ਨਹੀਂ ਗਿਆ।
ਸਿਖਾਉਣ ਨੂੰ ਤਾਂ 4-4 5-5 ਦਿਨਾਂ ਦੇ ਵਿੱਚ ਬੱਚਿਆਂ ਨੂੰ, ਜਿਹੜੇ ਬੱਚੇ ਕਦੀ ਸਟੇਜ ਤੇ ਨਹੀਂ ਚੜ੍ਹੇ, ਉਹਨਾਂ ਨੂੰ ਕਲਾਸਾਂ ਲਾ ਕੇ ਤਿਆਰ ਕੀਤਾ ਜਾਂਦਾ। ਉਹ ਬੱਚੇ ਸੁਣਦੇ ਆ, ਵਿਚਾਰ ਦਿੰਦੇ ਆ, ਤੇ 4-5 ਦਿਨ ਦੇ ਕੈਂਪ ਵਿੱਚ ਜਦੋਂ ਬੱਚੇ ਘਰ ਜਾ ਕੇ ਮਾਂ-ਬਾਪ ਨੂੰ ਦੱਸਦੇ ਨੇ, ਮਾਂ-ਬਾਪ ਖੁਦ ਹੈਰਾਨ ਹੋ ਜਾਂਦੇ ਨੇ। ਬਾਪ ਹੈਰਾਨ ਹੋ ਜਾਂਦਾ ਕਿ ਮੈਂ ਗੁਰਦੁਆਰੇ ਦਾ ਪ੍ਰਧਾਨ ਸੀ ਅੱਜ ਤੋਂ 30 ਸਾਲ ਦਾ ਲਗਾਤਾਰ ਦਾ, ਇਹਨਾਂ ਬਾਣੀ ਦੇ ਅਰਥਾਂ ਦਾ ਤੇ ਮੈਨੂੰ ਨਹੀਂ ਪਤਾ, ਜਿਹੜਾ ਪੋਤਰਾ ਮੈਨੂੰ ਦੱਸ ਰਿਹਾ। ਇਹਦਾ ਅਰਥ ਇਹ ਹੋਇਆ ਨਾ ਕਿ ਪ੍ਰਧਾਨ ਗੁਰਦੁਆਰਾ ਸਿੱਖਣ ਨਹੀਂ ਸੀ ਜਾ ਰਿਹਾ, ਪੋਤਰਾ 4 ਦਿਨ ਕਲਾਸਾਂ ਲਾ ਕੇ ਸਿੱਖ ਗਿਆ। ਗੱਲ ਇੱਥੇ ਡਿਪੈਂਡ ਕਰਦੀ ਹੈ, ਅਸੀਂ ਸਿੱਖਣ ਵਾਸਤੇ ਨਹੀਂ ਆਉਂਦੇ, ਨਾ ਸਿਖਾਉਣ ਦਾ, ਸਿੱਖਣ ਦਾ ਪ੍ਰਬੰਧ ਅਸੀਂ ਗੁਰਦੁਆਰਿਆਂ 'ਚ ਕਰ ਸਕੇ ਹਾਂ। ਅਸੀਂ ਗੁਰਦੁਆਰੇ ਜਿਨ੍ਹਾਂ ਮਕਸਦ ਲਈ ਬਣਾਏ ਸੀ, ਉੱਥੇ ਕਲਾਸ ਲੱਗਣੀ ਚਾਹੀਦੀ ਸੀ, ਉੱਥੇ ਗੁਰਮਤਿ ਦੀ ਕੋਈ ਵਿਚਾਰ ਚਰਚਾ ਹੋਣੀ ਚਾਹੀਦੀ ਸੀ। ਪਰ ਆਏ ਉੱਥੇ ਮੱਥਾ ਟੇਕਿਆ, ਪ੍ਰਕਰਮਾਂ ਕੀਤੀਆਂ ਤੇ ਘਰ ਨੂੰ ਚਲੇ ਗਏ। ਗੁਰੂ ਸਾਹਿਬ ਨੇ ਜਿਹੜੀ ਬਖਸ਼ਿਸ਼ ਕੀਤੀ ਇੱਥੇ ਯਾਦ ਰੱਖਣਾ, ਕਹਿੰਦੇ ਉਹਨੂੰ ਤੂੰ ਸਥਾਪਿਤ ਨਹੀਂ ਕਰ ਸਕਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਆਪਣੇ ਆਪ ਤੋਂ, ਜਿਹੜਾ ਆਪਣੇ ਆਪ ਤੋਂ ਆਪ ਬਣਿਆ, ਜਿਹੜਾ ਸਹਿਬੰਗ ਹੈ, ਉਹਨੂੰ ਤੂੰ ਕਿੱਦਾਂ ਸਥਾਪਿਤ ਕਰ ਸਕਦਾ ਵੇ? ਨਿਰੰਜਨ ਸੋਏ ਦਾ ਅਰਥ ਕੀ ਹੈ? ਉਹ ਮਾਇਆ ਦੀ ਕਾਠ ਤੋਂ ਰਹਿ ਤੇ ਆਪੇ ਆਪ ਨਿਰੰਜਨ ਸੋਏ। ਜਿਵੇਂ ਭਗਤ ਰਾਮਾਨੰਦ ਜੀ ਬਾਣੀ ਵਿੱਚ ਕਹਿੰਦੇ, ਕੱਤ ਜਾਈਏ ਰੇ ਘਰ ਲਾਗੋ ਰੰਗ। ਕਹਿੰਦੇ ਇੱਕ ਦਿਨ ਮੇਰੇ ਮਨ 'ਚ ਵੀ ਚਾਹ ਪੈਦਾ ਹੋਇਆ ਕਿ ਮੈਂ ਵੀ ਜਾ ਕੇ ਭਗਵਾਨ ਦੀ ਪੂਜਾ ਕਰਾਂ। ਕਹਿੰਦੇ ਮੈਂ ਵੀ ਇੱਕ ਥਾਲ ਲੈ ਲਿਆ, ਉਹਦੇ ਵਿੱਚ ਦੀਵੇ ਰੱਖ ਲਏ, ਫੁੱਲ ਰੱਖ ਲਏ, ਸਮੱਗਰੀ ਰੱਖ ਲਈ, ਪੂਜਾ ਕਰਨ ਤੁਰ ਪਿਆ। ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ। ਹੁਣ ਮੇਰਾ ਚਿੱਤ ਚੱਲੇ, ਚਿੱਤ ਤੁਰਦਾ ਹੈ, ਜਿਵੇਂ ਸਰੀਰ ਤੁਰਦਾ, ਚਿੱਤ ਵੀ ਤੁਰਦਾ। ਚਿੱਤ ਦੀ ਤਾਂ ਬਹੁਤ ਜ਼ਿਆਦਾ ਰਫ਼ਤਾਰ ਹੈ। ਮਨ, ਜਿਹਨੂੰ ਚਿੱਤ ਮਨ ਕਹਿੰਦੇ ਆਪਾਂ, ਮਨ ਦੀ ਤਾਂ ਬਹੁਤ ਤੇਜ਼ ਰਫ਼ਤਾਰ ਹੈ। ਤਨ ਕਿਤੇ ਹੋਰ ਬੈਠਾ, ਮਨ ਕਿਤੇ ਹੋਰ ਤੁਰਿਆ ਫਿਰਦਾ ਹੈ। ਮੇਰਾ ਚਿੱਤ ਨਾ ਚੱਲੇ, ਮਨ ਭਇਓ ਪੰਗ। ਅੱਜ ਮੇਰਾ ਮਨ ਪੰਗ ਹੋ ਗਿਆ, ਪਿੰਗਲਾ ਹੋ ਗਿਆ। ਮੇਰਾ ਚਿੱਤ ਨਾ ਚੱਲੇ, ਮਨ ਭਇਓ ਪੰਗ, ਏਕ ਦਿਵਸ ਮਨ ਭਈ ਉਮੰਗ। ਇੱਕ ਦਿਨ ਮਨ 'ਚ ਚਾਅ ਚੜਿਆ, ਕਸ ਚੰਦਨ ਚੋਆ ਬਹੁ ਸੁਗੰਧ। ਚੰਦਨ ਲੈ ਲਿਆ, ਚੋਆ ਲੈ ਲਿਆ, ਜੋ ਸਮੱਗਰੀ ਵਾਸਤੇ ਸਮਾਨ ਚਾਹੀਦਾ ਸੀ ਉਹ ਲੈ ਲਿਆ। ਕਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ। ਪੂਜਾ ਕਰਨ ਵਾਸਤੇ ਤੁਰ ਪਈ ਕਿ ਬ੍ਰਹਮ ਦੀ ਜਗ੍ਹਾ ਇੱਥੇ ਰੱਬ ਬੈਠਾ ਹੈ, ਆਹ ਰੱਬ ਦਾ ਘਰ ਹੈ। ਤੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ, ਗੁਰਾ ਇੱਕ ਦੇ ਬੁਝਾਈ। ਗੁਰੂ ਨੇ ਆ ਇੱਕ ਗੱਲ ਸਮਝਾ ਦਿੱਤੀ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੇ ਉਹ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਜੇ ਕਾਸ਼ ਕਿਤੇ ਸਿੱਖ ਕੌਮ ਨੇ ਜਪਜੀ ਸਾਹਿਬ ਦੇ ਇਹਨਾਂ ਤੁਕਾਂ ਨੂੰ ਸਮਝਿਆ ਹੁੰਦਾ। ਹੁਣ ਇਹ ਕੋਈ ਬਹੁਤ ਵੱਡੀ ਗੱਲ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਜਪ, ਤੇ ਜਪ ਬਾਣੀ ਦੀ ਇਹ 5ਵੀਂ ਨੰਬਰ ਪੌੜੀ ਆਪਾਂ ਵਿਚਾਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੀਆਂ ਸੰਪਟ ਲੱਗ ਰਹੇ ਨੇ, ਇਕੋਤਰੀਆਂ ਹੋ ਰਹੀਆਂ ਨੇ। ਇੱਕ ਖੰਡ ਪਾਠ ਦਾ ਭੋਗ ਪੈਂਦਾ, ਦੂਜਾ ਖੰਡ ਪਾਠ ਸ਼ੁਰੂ ਹੋ ਜਾਂਦਾ, ਦੂਜੇ ਪਾਠ ਦਾ ਭੋਗ ਪੈਂਦਾ, ਤੀਜਾ ਸ਼ੁਰੂ ਹੋ ਜਾਂਦਾ। ਇਕੋਤਰੀਆਂ ਹੋ ਰਹੀਆਂ ਨੇ। ਕਾਸ਼ ਅਸੀਂ ਵਿਚਾਰਿਆ ਹੁੰਦਾ, ਆ ਪਖੰਡਵਾਦ ਇਹਨਾਂ ਸਾਡੇ ਸਮਾਜ ਵਿੱਚ ਕਦੀ ਨਾ ਹੁੰਦਾ। ਅਸੀਂ ਖੁਦ ਆਪ ਗੁਰਬਾਣੀ ਪੜ੍ਹਦੇ, ਅਸੀਂ ਕਿਸੇ ਦੇ ਮੁਹਤਾਜ ਨਾ ਹੁੰਦੇ। ਤੂੰ ਮੇਰੀ ਅਰਦਾਸ ਕਰ ਭਾਈ, ਤੂੰ ਵਿਚੋਲਗਿਰੀ ਨਾ ਕਰਦਾ। ਅੱਜ ਮਾਫ ਕਰਨਾ, ਗੁੱਸਾ ਨਾ ਮਨਾਇਓ, ਅੱਜ ਸਾਡੇ ਵਿਚੋਲੇ ਬਣ ਕੇ ਬਹਿ ਗਏ। ਭਾਵੇਂ ਉਹ ਬਾਬੇ ਨੇ, ਭਾਵੇਂ ਰਾਗੀ ਨੇ, ਭਾਵੇਂ ਪ੍ਰਚਾਰਕ ਨੇ, ਅੱਜ ਵਿਚੋਲਗਿਰੀ ਕਰ ਰਹੇ ਨੇ। ਗੁਰੂ ਦੀ ਵਿਚਾਰ ਸਾਡੇ ਸਮਾਜ ਵਿੱਚ ਲਿਆ ਕੇ ਬਾਰ-ਬਾਰ ਜੋ ਸਾਨੂੰ ਗੁਰਮਤਿ ਦੱਸੀ ਜਾ ਰਹੀ ਹੈ, ਅਸੀਂ ਜ਼ਿੰਦਗੀ ਨੂੰ ਜਿਉਣਾ ਕਿਵੇਂ ਹੈ, ਜ਼ਿੰਦਗੀ ਨੂੰ ਬਸਰ ਕਿਵੇਂ ਕਰਨਾ ਹੈ, ਆਪਣੀ ਜ਼ਿੰਦਗੀ ਨੂੰ ਖੂਬਸੂਰਤ ਕਿਵੇਂ ਬਣਾਉਣਾ ਹੈ। ਪਾਤਸ਼ਾਹ ਨੇ ਸਾਨੂੰ ਇਹ ਬਖਸ਼ਿਸ਼ ਭਰੇ ਬਚਨ ਕਹੇ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ। ਤੇ ਪਾਤਸ਼ਾਹ ਜਿਹੜੀ ਵਿਚਾਰ ਦਿੰਦੇ ਨੇ, ਉਹਨਾਂ ਭਗਤਾਂ ਦੀ ਬਾਣੀ ਆਪ ਇਸੇ ਕਰਕੇ ਲੈ ਕੇ ਆਏ ਜਿਨ੍ਹਾਂ ਦੇ ਵਿਚਾਰ ਏਡੇ ਨਿੱਗਰ ਸਨ। ਜਿਹੜੇ ਕਹਿੰਦੇ ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ, ਮਨ ਭਇਓ ਪੰਗ, ਏਕ ਦਿਵਸ ਮਨ ਭਈ ਉਮੰਗ। ਦਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ। ਤੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਉਹ ਬ੍ਰਹਮ ਵਿਖਾ ਦਿੱਤਾ, ਕਿਉਂਕਿ ਜੈ ਜਾਈਏ ਤੂੰ ਜਲ ਪਖਾਨ, ਜਿੱਥੇ ਵੇਖੀਏ ਉੱਥੇ ਪਾਣੀ ਤੇ ਪੱਥਰ ਹੈ, ਤੂੰ ਪੂਰ ਰਹੇ ਹੋ ਹੈ ਸਭ ਸਮਾਨ। ਵੇਦ ਪੁਰਾਣ ਸਭ ਦੇਖੈ ਜੋਏ, ਪੜ੍ਹ ਕੇ ਵੇਖ ਲੈ ਧਾਰਮ ਗ੍ਰੰਥ। ਹੁਣ ਸਮਝ ਆ ਗਈ ਆ, ਹੁਣ ਆਪਣੇ ਗੁਰੂ ਦੀ ਬਾਣੀ ਪੜ੍ਹ ਕੇ ਸਮਝ ਆ ਗਈ ਹੈ। ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਬਾਹਰ ਜਾ ਕੇ ਤੇ ਮੈਂ ਦੂਜਿਆਂ ਨੂੰ ਛਬੀਲਾਂ ਲਾ ਲਾ ਕੇ, ਰੱਸੇ ਬੰਨ ਕੇ ਪਾਣੀ ਤੇ ਤਾਂ ਪਿਆਵਾਂ ਜੇ ਘਰ 'ਚ ਪਿਓ 'ਚ ਰੱਬ ਨਾ ਹੋਵੇ। ਤੇ ਘਰ ਸੱਸ 'ਚ, ਮਾਂ 'ਚ, ਭੈਣਾਂ ਭਰਾਵਾਂ 'ਚ, ਸਕਿਆਂ ਭਰਾਵਾਂ ਨਾਲ ਧੋਖੇ ਕਰਨ ਵਾਲੇ ਸੇਵਾ ਦੇ ਅਡੰਬਰ ਕਰਦੇ ਨੇ। ਆਪਣੇ ਰਿਸ਼ਤੇਦਾਰਾਂ ਦੇ ਨਾਲ ਧੋਖੇ ਬੇਈਮਾਨੀਆਂ ਕਰਨ ਵਾਲੇ ਦੂਜੇ ਨੂੰ ਲੰਗਰ ਲਾ ਕੇ ਸੇਵਾਦਾਰੀ ਦਾ ਦਾਅਵਾ ਕਰਦੇ ਨੇ ਕਿ ਸਾਡੇ ਵਰਗਾ ਸੇਵਾਦਾਰ ਕੋਈ ਨਹੀਂ ਹੈ। ਪਾਤਸ਼ਾਹ ਸਿਖਾਉਂਦੇ ਨੇ, ਬੰਦਿਆ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖ, ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਸਤਿਗੁਰ ਮੈਂ ਬਲਿਹਾਰੀ ਤੋਰ,
मैं कुरबान जाना सतगुर जी तुहाडे तो, गुरा एक दे बुझाई। सतगुर मैं बलिहारी तोर, जिन सकल बिकल भ्रम काटे मोर। रामानंद स्वामी रमत ब्रह्म, गुर का शब्द काटे कोट कर्म। कर्म मीन आदतां सुभाਅ, ਉਹ ਮਾੜੇ ਖਿਆਲ ਮੇਰੇ ਗੁਰੂ ਦੇ ਸ਼ਬਦ ਨੇ, ਗੁਰੂ ਦੀ ਸਿੱਖਿਆ ਨੇ ਕੱਟ ਦਿੱਤੇ, ਜ਼ਿੰਦਗੀ ਖੂਬਸੂਰਤ ਬਣਾ ਦਿੱਤੀ, ਜ਼ਿੰਦਗੀ ਵਧੀਆ ਬਣਾ ਦਿੱਤੀ। ਬਾਣੀ ਤੇ ਆਪ ਪੜ੍ਹਨੀ ਸੀ, ਜਿਵੇਂ ਬਾਕੀ ਦੁਨਿਆਵੀ ਕੰਮ ਅਸੀਂ ਖੁਦ ਆਪਣੇ ਆਪ ਕਰਕੇ ਖੁਸ਼ ਹੁੰਦੇ ਹਾਂ, ਇਹਦਾ ਸਿੱਖ ਨੇ ਖੁਦ ਬਾਣੀ ਪੜ੍ਹਨੀ ਸੀ, ਖੁਦ ਆਪਣੀ ਜ਼ਿੰਦਗੀ 'ਚ ਗੁਰਬਾਣੀ ਦੀਆਂ ਵਿਚਾਰਾਂ ਲੈ ਕੇ ਆਉਣੀਆਂ ਸੀ ਕਿ ਅਸੀਂ ਆਪਣੀ ਜ਼ਿੰਦਗੀ 'ਚ ਇਹ ਪੱਖ ਕਿਵੇਂ ਮਜ਼ਬੂਤ ਕਰਨਾ ਹੈ। ਸਾਡੇ ਵਿੱਚ ਐਸਾ ਕੰਮ ਨਹੀਂ ਸੀ ਕਿ ਸਾਨੂੰ ਕੋਈ ਬਾਣੀ ਪੜ੍ਹੇ ਸਾਡੇ ਲਈ, ਅਸੀਂ ਆਪ ਬਾਣੀ, ਜਿਵੇਂ ਰੋਟੀ ਅਸੀਂ ਆਪਣੇ ਲਈ ਆਪ ਖਾਂਦੇ ਹਾਂ, ਇਸ਼ਨਾਨ ਅਸੀਂ ਆਪਣੇ ਲਈ ਆਪ ਕਰਦੇ ਹਾਂ, ਇੱਦਾਂ ਅਸੀਂ ਬਾਣੀ ਖੁਦ ਆਪ ਪੜ੍ਹਨੀ ਸੀ। ਜਦੋਂ ਇਹ ਸਮਝ ਆਉਂਦੀ, ਪਤਾ ਲੱਗਦਾ ਕਿ ਭਾਈ ਮੈਂ ਵਿਚੋਲਗਿਰੀ ਨਹੀਂ ਕਰਨੀ, ਮੈਂ ਆਪਣੀ ਬਾਣੀ ਆਪ ਪੜ੍ਹ ਕੇ ਆਪਣੀ ਜ਼ਿੰਦਗੀ ਨੂੰ ਸਵਾਰਨਾ ਹੈ। ਇਹ ਤਾਂ ਮੈਂ ਖੁਦ ਆਪਣੀ ਜ਼ਿੰਦਗੀ 'ਚ ਮਹਿਸੂਸ ਕਰਦਾ। ਇਹ ਤਾਂ ਭਲਾ ਹੋਵੇ ਮਿਸ਼ਨਰੀ ਕਾਲਜਾਂ ਦਾ, ਜਦੋਂ ਤੋਂ ਮਿਸ਼ਨਰੀ ਕਾਲਜ ਆਰੰਭ ਹੋਏ ਨੇ, ਭਾਵੇਂ ਉਹਨਾਂ ਨੂੰ ਕਈ ਸਾਲ ਹੋ ਗਏ ਨੇ, ਸਾਡੇ ਵਰਗੇ ਵੀ ਉੱਥੇ ਸਟੂਡੈਂਟ ਬਣ ਕੇ ਗਏ, ਬਹੁਤ ਕੁਝ ਸਿੱਖਿਆ। ਸੱਚ ਹੈ, ਜਦੋਂ ਕੈਂਪ ਲਾਉਣ ਜਾਈਦਾ ਮਾਣ ਮਹਿਸੂਸ ਹੁੰਦਾ ਹੈ, ਨਹੀਂ ਤੇ ਸਾਧਾਂ ਨੇ ਕਦੀ ਜਵਾਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਨਹੀਂ ਸੀ ਆਉਣ ਦੇਣਾ। ਜਿਹੜੇ ਛੋਟੀ ਛੋਟੀ ਉਮਰ ਦੇ ਬੱਚੇ ਨੇ, ਉਹਨਾਂ ਨੂੰ ਸਾਧ ਆਪਣੀ ਸਟੇਜ ਲਾਗੇ ਨਹੀਂ ਸੀ ਜਾਣ ਦਿੰਦੇ। ਬੀਬੀਆਂ ਨੂੰ ਸਾਧ ਆਪਣੇ ਡੇਰੇ ਵਿੱਚ ਕਿਸੇ ਬੀਬੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਨਹੀਂ ਸੀ ਬੈਠਣ ਦਿੰਦੇ, ਅੱਜ ਵੀ ਨਹੀਂ ਬੈਠਣ ਦਿੰਦੇ। ਉਹਨਾਂ ਦੇ ਮਨ ਵਿੱਚ ਕਿ ਸਿਰਫ ਇੱਥੇ ਮਰਿਆਦਾ ਵਾਲੇ ਸਿੰਘ ਹੀ ਬਾਣੀ ਪੜ੍ਹ ਸਕਦੇ ਆ। ਮੈਨੂੰ ਅੱਜ ਵੀ ਯਾਦ ਹੈ, ਜਦੋਂ ਅਸੀਂ ਨਵੇਂ ਕੈਂਪ ਲਾਉਣੇ ਸ਼ੁਰੂ ਕੀਤੇ ਸੀ, ਜਦੋਂ ਕਿਸੇ ਬੱਚੇ ਕੋਲੋਂ ਅਰਦਾਸ ਕਰਾਉਣੀ ਤੇ ਕਈ ਉੱਥੇ ਰੌਲਾ ਪਾਉਂਦੇ ਹੁੰਦੇ ਸੀ, ਬੱਚੇ ਨੇ ਅਰਦਾਸ ਗਲਤ ਕਰ ਦਿੱਤੀ ਜੀ, ਬੱਚਾ ਅਰਦਾਸ ਭੁੱਲ ਗਿਆ ਜੀ, ਮਹਾਰਾਜਾ ਅਪਮਾਨ ਹੈ, ਹੱਦ ਹੋ ਗਈ। ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਅੱਜ ਬੱਚੇ ਅਰਦਾਸਾਂ ਕਰਨ ਲੱਗ ਪਏ, ਖੁਦ ਬਾਣੀ ਆਪ ਪੜ੍ਹਨ ਲੱਗ ਪਏ, ਖੁਦ ਆਪ ਬਾਣੀ ਨੂੰ ਵਿਚਾਰਨ ਲੱਗ ਪਏ, ਤੇ ਉਹ ਦਿਨ ਦੂਰ ਨਹੀਂ, ਸਾਡੀ ਵਿਚੋਲਗਰੀ ਵਿੱਚੋਂ ਖਤਮ ਹੋ ਜਾਣੀ ਹੈ, ਵਿਚੋਲਗਰੀ ਖਤਮ ਹੋ ਜਾਣੀ ਹੈ। ਫਿਰ ਉਹਨੂੰ ਸਮਝਾਇਆ, ਇੱਦਾਂ ਬਹੁਤ ਵੱਡੀ ਜੰਗ ਲੜਨੀ ਪਈ, ਸਮਝਾਇਆ ਭਾਈ ਅੱਜ ਬੱਚਾ ਪੜ੍ਹਦਾ ਹੈ, ਜਦੋਂ ਬੱਚਾ ਘਰ 'ਚ ਛੋਟਾ ਆਪਣੇ ਚਾਚੇ ਨੂੰ ਤਾਤਾ ਕਹਿੰਦਾ ਨਾ, ਤੇ ਚਾਚਾ ਗੁੱਸਾ ਨਹੀਂ ਕਰਦਾ, ਭਾਵੇਂ ਉਹ ਪਿੰਡ ਦਾ ਸਰਪੰਚ ਹੀ ਕਿਉਂ ਨਾ ਹੋਵੇ, ਉਹ ਕਹਿੰਦਾ ਕੋਈ ਗੱਲ ਨਹੀਂ, ਬੱਚਾ ਹੈ ਜੀ, ਜੇ ਉਹਨੇ ਕੋਈ ਸ਼ਬਦ ਉਹ ਜਿਹਾ ਬੋਲ ਵੀ ਦਿੱਤਾ, ਉਹਦੀ ਭਾਵਨਾ ਗਲਤ ਨਹੀਂ ਹੈ। ਬੱਚਿਆਂ ਨੂੰ ਪਾਠ ਕਰਦੇ ਆ, ਅਰਦਾਸ ਕਰਦਾ, ਕੋਈ ਸ਼ਬਦ ਅੱਗੇ ਪਿੱਛੇ ਵੀ ਹੋ ਜਾਣਾ, ਉਹਨਾਂ ਦਾ ਮਨੋਬਲ ਵਧਾਇਆ, ਤੇ ਨਿੱਕੇ ਨਿੱਕੇ ਬੱਚੇ ਆਪਣੇ ਘਰਾਂ 'ਚ ਗੁਰਬਾਣੀ ਪੜ੍ਹਨ ਲੱਗ ਪਏ, ਸਹਿਜ ਪਾਠ ਕਰਨ ਲੱਗ ਪਏ। ਅੱਜ ਜਿੰਨੇ ਵੀ ਮਿਸ਼ਨਰੀ ਅਦਾਰੇ ਨੇ, ਆਪਣੇ ਤੌਰ 'ਤੇ ਉਹ ਯੋਗਦਾਨ ਬਣਦਾ ਪਾ ਰਹੇ ਨੇ, ਤਾਂ ਕਿ ਗੁਰਬਾਣੀ ਦੀ ਵਿਚਾਰ ਦੀ ਸਮਝ ਲੱਗ ਸਕੇ। ਇੱਕ ਲਹਿਰ ਬਣ ਗਈ ਤੇ ਡੇਰਾਵਾਰ ਥਰ ਥਰ ਕੰਬਣ ਲੱਗ ਪਿਆ। ਜਿਨ੍ਹਾਂ ਨੇ ਆਪਣੇ ਡੇਰੇ ਇਸ ਕਰਕੇ ਸਥਾਪਿਤ ਕੀਤੇ ਸੀ, ਆਹ ਰੱਬ ਦਾ ਘਰ ਹੈ, ਰੱਬ ਦੇ ਨਾਂ 'ਤੇ ਆਪਣੇ ਘਰ ਬਣਾ ਛੱਡੇ ਵੀ ਇੱਥੇ ਆਓ, ਇੱਥੋਂ ਦੀ ਅਰਦਾਸ, ਇੱਥੋਂ ਦੁੱਧ ਲੈ ਜਾਓ, ਇੱਥੋਂ ਪੁੱਤ ਲੈ ਜਾਓ। ਜਿਵੇਂ ਕਾਂਸ਼ੀ ਦੇ ਬ੍ਰਾਹਮਣ ਆਉਂਦੇ ਸੀ, ਸਾਡੇ ਦਿੱਤਾ ਹੋਇਆ ਦਾਨ ਪੁੰਨ ਉਹਦਾ ਫਲ ਜ਼ਿਆਦਾ। ਸਾਧ ਸੰਗਤ ਜੀ, ਡੇਰੇਦਾਰਾਂ ਵੀ ਇੰਝ ਹੀ ਕਿਹਾ ਸੀ, ਸਾਡੇ ਡੇਰੇ ਦੀ ਕੀਤੀ ਅਰਦਾਸ, ਸਾਡੇ ਡੇਰੇ ਕੀਤਾ ਪਾਠ, ਇਹਦਾ ਫਲ ਜ਼ਿਆਦਾ ਹੈ। ਅਗਲੇ ਕਹਿੰਦੇ ਸੀ, ਦਾਅਵਾ ਕਰਦੇ ਸੀ, ਉਹ ਕਹਿੰਦੇ ਸਾਡੇ ਡੇਰੇ ਕੀਤੀ ਅਰਦਾਸ, ਇੱਥੋਂ ਦੁੱਧ ਲੈ ਜਾਓ, ਇੱਥੋਂ ਪੁੱਤ ਲੈ ਜਾਓ। ਗੁਰੂ ਸਾਹਿਬ ਦੇ ਵਿਚਾਰ ਆਪ ਪੜ੍ਹੇ ਹੁੰਦੇ, ਸਮਝੇ ਹੁੰਦੇ, ਤੇ ਸਾਨੂੰ ਪਤਾ ਲੱਗਦਾ ਕਿੰਨੇ ਸੋਹਣੇ ਮੋਤੀ ਪਰੋ ਕੇ ਗੁਰਦੇਵ ਨੇ ਸਾਨੂੰ ਬਾਣੀ ਵਿੱਚ ਦਿੱਤੇ ਨੇ। ਫਿਰ ਗੱਲ ਨੂੰ ਸਮਝਣਾ, ਗੁਰਾ ਇੱਕ ਦੇ ਬੁਝਾਈ, ਹੇ ਮੇਰੇ ਗੁਰੂ ਜੀ, ਮੈਨੂੰ ਇੱਕ ਗੱਲ ਬੁਝਾ ਦਿਓ, ਸਮਝਾ ਦਿਓ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸਾਰਿਆਂ ਜੀਵਾਂ ਦਾ ਦਾਤਾ ਇੱਕ ਜਿਹੜਾ ਮੇਰੇ ਨਾਲ ਹੈ, ਸੋ ਮੈਂ ਵਿਸਰ ਨਾ ਜਾਈ, ਮੈਂ ਉਹਨੂੰ ਆਪਣੀ ਜ਼ਿੰਦਗੀ 'ਚੋਂ ਭੁਲਾ ਨਾ ਦੇਵਾਂ। ਤੇ ਫਿਰ ਇਹਦੇ ਵਾਸਤੇ ਕੀ, ਮੈਂ ਉਹਦੀ ਕੋਈ ਮੂਰਤੀ ਬਣਾਵਾਂ, ਉਹਦਾ ਕੋਈ ਮੈਂ ਆਕਾਰ ਬਣਾਵਾਂ? ਕਹਿੰਦੇ ਨਹੀਂ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਕਿਉਂਕਿ ਘਰ ਮੈਂ ਠਾਕੁਰ ਨਜ਼ਰ ਨਾ ਆਵੇ। ਜਿਹੜਾ ਤੇਰੇ ਹਿਰਦੇ ਰੂਪੀ ਘਰ ਵਿੱਚ ਬੈਠਾ, ਉਹ ਤੇ ਦਿਸ ਨਹੀਂ ਰਿਹਾ ਤੈਨੂੰ। ਗਲ ਮੈਂ ਪਾਹਣ ਲੈ ਲਟਕਾਵੇ, ਗਲ ਵਿੱਚ ਤੂੰ ਰੱਬ ਦੇ ਨਾਂ ਦਾ ਪੱਥਰ ਲਮਕਾ ਕੇ ਬੈਠਾ। ਭਰਮੇ ਭੁੱਲਾ ਸਾਕਤ ਫਿਰਤਾ, ਭਰਮ ਵਿੱਚ ਭੁੱਲਾ ਹੋਇਆ ਸਾਕਤ ਤੁਰਿਆ ਫਿਰਦਾ। ਤੇ ਨੀਰ ਬਰੋਲਾ ਖੱਪ ਖੱਪ ਮਰਤਾ, ਨੀਰ ਬਰੋਲਦਾ ਹੈ, ਪਾਣੀ 'ਚ ਮਧਾਣੀ ਪਾ ਕੇ ਬੈਠਾ। ਯਾਦ ਰੱਖਣਾ, ਪਾਣੀ 'ਚ ਮਧਾਣੀ ਪਾ ਕੇ ਰਿੜਕੀ ਜਾਏ, ਚੋਂ ਕੱਖ ਨਹੀਂ ਨਿਕਲਣਾ। ਦਹੀਂ 'ਚ ਮਧਾਣੀ ਪਾਏਗਾ, ਵਿੱਚੋਂ ਤੈਨੂੰ ਮੱਖਣ ਨਿਕਲੇਗਾ। ਪੰਡਤ ਦਹੀਂ ਵਿਲੋਈਐ ਭਾਈ, ਵਿੱਚੋਂ ਨਿਕਲੇ ਤੱਥ। ਪੰਡਤ ਦਹੀਂ ਵਿਲੋਈਐ ਭਾਈ, ਵਿੱਚੋਂ ਨਿਕਲੇ ਤੱਥ। ਜਲ ਮਥੀਐ ਜਲ ਦੇਖੀਐ, ਇਹ ਜਗ ਇਹਾ ਵਥ। ਜਦੋਂ ਦਹੀਂ 'ਚ ਮਧਾਣੀ ਪਾਈ ਜਾਏਗੀ, ਉਹਦੇ ਵਿੱਚੋਂ ਮੱਖਣ ਨਿਕਲੇਗਾ, ਪਰ ਪਾਣੀ ਨੂੰ ਜਿੰਨਾ ਮਰਜ਼ੀ ਰਿੜਕੀ ਜਾਓ, ਇਹ 'ਚੋਂ ਕੱਖ ਨਹੀਂ ਨਿਕਲਣਾ। ਮਨ ਦੀ ਭੈੜੀ ਮੱਤ ਪਾਣੀ ਹੈ। ਗੁਰੂ ਦੀ ਦਿੱਤੀ ਹੋਈ ਸਿੱਖਿਆ, ਗੁਰੂ ਦਾ ਦਿੱਤਾ ਉਪਦੇਸ਼,
इदां ही है, जिन्हों असीं मंथन करांगे, जे ते विचार करांगे तो साडी जिंदगी की खूबसूरती, सानू जिंदगी जीण दा जो सच्चा ज्ञान बख्शिश प्राप्त होनी है, सानू वो मक्खण विचों निकलेगा। मक्खण की हुंदा? तत्त। जिंदगी जीण दा तरीका आ गया। थापिया ना जाए, कीता ना होए, गुरुदेव जी कहते हैं आपे आप निरंजन सोए। कहने कि वो अपने आप तो आप बने। जे वो सैबंग है तो मैं भी अपनी जिंदगी च निर्भर नहीं होना किसी ते। मैं जिंदगी नूं खूबसूरत बनाने वास्ते मैं अपनी जिंदगी नूं आप जीण दा कारण बनना है। मैं आसरा किसी का नहीं तकना। धर जियरे एक टेक तू लहा बेडानी आस। वो जो बाणी च आख्या धर जियरे एक टेक तू, वो एक किथे तेरे अंदर ते विश्वास किते रखना? अपने आप ते। जो तू अपने आप ते विश्वास रखेगा, अपने अंदर बैठे सच नाल सांझ पाएगा। जो इंटैलीजेंट स्टूडेंट पढ़ते हैं ना, वो मान ना कहते हैं अपने घर नूं कि 98 नंबर लैके पास होवांगा। वो कहते किदां? अगले नूं पता है, अगला अपने विचेतन मन नाल रोज़ गल्लां करदा है, उन्होंने अंदरों विचार मिलती है। क्योंकि तुसीं जिद्दां दे बनना चाहुंदे हो ना, उदां दे संस्कार तुहाडे अंदर घड़े जांदे ने। तुसीं किसी काम नूं करना है तो तुहाडे अंदर दलीलां वो काम करन वालियां आउणगियां। तुसीं किसी काम नूं नहीं करना, तुसीं किसी बंदे नाल बना के रखनी है, तुहाडे अंदर दलीलां आउणगियां उहदी चंगियाई दियां। तुसीं किसी बंदे नूं विगाड़नी है, तुहाडे अंदर विचार आउणगे उहनूं बदनाम करन दे। जिद्दां दे तुसीं काम अपने मन नूं लाउणा चाहुंदे हो, उदां दे लग जांदा। वो तो एडा आग्याकारी है, जिधर लाओगे उधर तुर पवेगा। पातशाह कहते बंदिया जिंदगी जीनी सिख, चंगे चाह ताई तो सोच आखी सी कि मेरी संगत पोच, सोच दिन राती मेरी संगत माड़ियां नाल है, सोच माड़ी होगी। क्योंकि जिद्दां दी सोच हुंदी है उदां दे बंदा कर्म करदा है, ते जिद्दां दे कर्म करदा उदां दीयां आदतां बन जांदियां ने। जो पहलां सोचिया जांदा है, जो सोचता है वो कर्म बनता है। कर्म तो हौली हौली 2 4 5 7 10 वार कर्म तो बाद वो कर्म आदत बन जाती है। तो आदतां बहुत वारी छड्डणियां बहुत औखियां लगदियां ने। ऐसा नहीं छड्डियां नहीं जा सकदियां, पर जंग करनी पैंदी है, लड़ना पैंदा है। तुसीं वेखिया ना जिन्हां नूं नशे दियां, जुए दियां आदतां पै जांदियां, माड़े काम करन दियां आदतां पै जांदियां ने, घंटियां बधी उन्हां दे लागे कोई सिर दियां ठीकरियां भन्न के मर जाए, वो फिर उत्थे दे उत्थे आ जाते हैं। ਇਹਦਾ सिर भी मारी जाएंगे, हाँ जी हाँ जी ठीक है जी। फिर उत्थे पातशाह इत्थे कहंदे ने थापिया ना जाए, कीता ना होए, आपे आप निरंजन सोए। जिन सेविया, जिन्हें उन्होंने सेविया है। हुण सेवन का अर्थ की है? पढ़े लिखे बच्चों इस गल का पता है। जदों भी कंप्यूटर में कोई तुसीं फाइल नूं लंबा टाइम सांभ के रखना, उन्होंने सेव करना पैंदा है। हुण आपां मोबाइल में किसी कोई बंदा सानू अपना जो नंबर लिखाउंदा, आपां की कहने भाई नंबर बोलो, उसका नाम लिख के तुसीं सेव कर लेंदे हो। कई बार नंबर याद नहीं हुंदा, पर 2 सालों बाद हुण जिहड़े नंबर तुसीं रोज़ फोन ते किसी नूं डायल करदे हो, घर परिवार के नंबर तुहानूं मूँह जवानी याद हुंदे ने, पर किते 6 महीनों बाद साल बाद किसी नंबर की लोड़ पई, आपां मोबाइल विचों नंबर कढ़दे हां जिहड़ा सेव कीता सी, जदों लोड़ पई कढ़ लिया। मैं अपनी जिंदगी च गुरु की सिक्ख्या नूं सेव करना है, ताकि मैं उन्होंने जदों लोड़ पवे वरत सकां। यानी कि मैं अपनी रोज़मर्रा की जिंदगी च गुरु की सिक्ख्या नूं लिया सकां। जिहड़ी मैं अंदर सेव की होएगी वो मेरे कर्म, मेरियां आदतां का हिस्सा बन जाएगी। वो बाणी, वो सिक्ख्या जिन सेविया, जिन्हें वो चीज़ सेव की होएगी, जिन्हें अपने गल अंदर वसाई होएगी, तिन पाया मान, वही मान का हकदार है। जिहड़े बच्चे टीचर की गल नूं अपने अंदर सेव कर लेंदे ने, सिक्ख्या ग्रहण कर लेंदे ने, ਉਹ ਹੀ ਆਉਣ वाले समय ਦੇ ਵਿੱਚ ਜਦੋਂ ਚੰਗੇ ਨੰਬਰ ਲੈ ਕੇ ਪਾਸ ਹੁੰਦੇ ਨੇ, ਉਹ ਵਿਦਿਆ ਦੇ ਰੂਪ ਵਿੱਚ ਫਿਰ ਚੰਗਾ ਮਾਣ ਹਾਸਲ ਕਰਦੇ ਨੇ। ਜਿਨ ਸੇਵਿਆ ਤਿਨ ਪਾਇਆ ਮਾਣ, ਉਹਨੇ ਮਾਣ, ਉਹੋ ਹੀ ਮਾਣ ਦਾ ਹੱਕ। ਮਾਣ ਖੋਇਆ ਨਹੀਂ ਜਾਂਦਾ, ਮਾਣ ਕੰਮਾਂ ਦੁਆਰਾ ਮਿਲਦਾ ਹੈ। ਜਦੋਂ ਬੰਦਾ ਚੰਗੇ ਕੰਮ ਕਰਦਾ ਹੈ, ਸੱਚੇ ਮਾਰਗ ਚੱਲਦੇ ਆ, ਉਸਤਤ ਕਰਿਆ ਜਹਾਨ ਵਾਲੀ ਵਿਚਾਰ ਜਦੋਂ ਲੈ ਕੇ ਆਉਂਦਾ। ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਹੈ ਨਾਨਕ ਗਾਵੀਐ, ਉਹਨੂੰ ਗਾਈਏ। ਗਾਉਣਾ ਕਿੱਦਾਂ? ਹੁਣ ਗਾਉਣ ਦਾ ਅਰਥ ਕੀ? ਜ਼ੁਬਾਨ ਨਾਲ ਗਾਉਣਾ। ਗਾਉਣ ਦਾ ਅਰਥ ਕੀ? ਆਪਣੀ ਜ਼ਿੰਦਗੀ 'ਚੋਂ ਸਿੱਖਿਆ ਲੈ ਕੇ ਆ। ਜਦੋਂ ਆਪਾਂ ਕਹਿੰਦੇ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਗੁਣ ਗਾਉਣ ਦਾ ਅਰਥ ਕਿੱਦਾਂ ਗੁਣ ਗਾਈਏ? ਤੂੰ ਵੱਡਾ ਬੜਾ ਹੈ, ਜਦੋਂ ਆਪਾਂ ਕਹਿੰਦੇ ਤੂੰ ਫਲਾਣੇ ਬੰਦੇ ਦੇ ਗੁਣ ਗਾਈ ਜਾਣਾ। ਗੁਣ ਗਾਉਣ ਦਾ ਅਰਥ ਕੀ? ਉਹਨੂੰ ਕੋਈ ਲਾਲਚ ਹੈ ਵੀ ਕੋਈ ਉਹਦੇ ਗੁਣ ਗਾਵੇ। ਬਾਣੀ ਕਹਿੰਦੀ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਉਹਨੂੰ ਤਾਂ तिल जिन्नी भी तमा नहीं है, लालच नहीं है भी कोई उसकी वडियाई करे। फिर कमाल की गल है, बंदे नूं ते लालच हो सकता है कोई उसकी वडियाई करे, मालिक नूं ते कोई भी लालच नहीं है। फिर
ਫਿਰ ਗਾਉਣ ਦਾ ਅਰਥ ਕੀ ਹੈ? ਗਾਉਣ ਦਾ ਅਰਥ ਕੀ ਹੈ? ਆਪਣੀ ਜ਼ਿੰਦਗੀ 'ਚ ਉਹ ਗੁਣ ਲੈ ਕੇ ਆਉਣੇ ਤੇ ਚੰਗੇ ਕੰਮ ਕਰਨੇ, ਇਹੋ ਹੀ ਗੁਣ ਗਾਉਣੇ ਨੇ। ਹੁਣ ਮੰਨ ਲਓ ਆਪਾਂ ਇੱਥੇ ਬੈਠੇ ਰੱਬ ਦੇ ਗੁਣ ਗਏ, ਰੱਬ ਜੀ ਤੁਸੀਂ ਨਿਰਵੈਰ ਹੋ, ਰੱਬ ਜੀ ਤੁਸੀਂ ਨਿਰਭਉ ਹੈ, ਇਹ 'ਚ ਕਿਸੇ ਨੂੰ ਕੀ ਤਕਲੀਫ ਹੈ? ਪਰ ਜਦੋਂ ਤੁਸੀਂ ਉਹਨਾਂ ਗੁਣਾਂ ਨੂੰ ਅੰਦਰ ਲਿਆ ਕੇ ਧਾਰਨ ਕਰਕੇ ਗ੍ਰਹਿਣ ਕਰਕੇ ਜਦੋਂ ਚੰਗੇ ਕੰਮ ਕਰੋਗੇ, ਭਾਵੇਂ ਸਮੇਂ ਦਾ ਹਾਕਮ ਹੋਵੇ, ਸਮੇਂ ਦਾ ਰਾਜਾ ਹੋਵੇ, ਸਮੇਂ ਦਾ ਬਾਦਸ਼ਾਹ ਹੋਵੇ, ਉਹ ਪਿੱਟ ਸਿਆਪਾ ਪਾਏਗਾ। ਜੇ ਸੱਚੀ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਜੀ ਨੇ ਇੱਦਾਂ ਹੀ ਰੱਬ ਦੇ ਗੁਣ ਗਾਏ ਸੀ, ਰੱਬ ਜੀ ਤੁਸੀਂ ਨਿਰਵੈਰ ਹੈ, ਤੇ ਜਹਾਂਗੀਰ ਤੇ ਬਾਬਰ ਨੂੰ ਕੀ ਤਕਲੀਫ ਹੋਏਗੀ ਭਲਾ? ਔਰੰਗਜ਼ੇਬ ਨੂੰ ਕੀ ਤਕਲੀਫ ਹੋਣੀ ਸੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠਿਆਂ ਇੱਦਾਂ ਹੀ ਗੁਣ ਗਾਈ ਜਾਂਦੇ? ਉਹਨਾਂ ਕਿਹੜੇ ਗੁਣ ਗਾਏ ਹੋਣਗੇ ਕਿ ਸਮੇਂ ਦਾ ਹਾਕਮ ਵੀ ਥਰ ਥਰ ਕੰਬ ਉੱਠਿਆ ਹੋਏਗਾ। ਜਦੋਂ ਇਹ ਸ਼ਬਦ ਜੇ ਸੱਚੀ ਗੁਣ ਗਾਉਣ ਆਏ ਸੀ ਗੁਰੂ ਨਾਨਕ ਸਾਹਿਬ ਮਹਾਰਾਜ, ਤੇ ਆਹ ਸ਼ਬਦ ਕਾਹਦੇ ਲਈ ਲਿਖੇ? ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਾਓ, ਰਤ ਪਿੱਤ ਕੁੱਤੇ ਹੋ ਚੱਟ ਜਾਓ। ਸਾਧ ਸੰਗਤ ਜੀ, ਇੱਕ ਬੇਨਤੀ ਕਰਾਂ, ਅੱਜ ਸਾਡੀ ਕੌਮ ਦੇ ਵੱਡੇ ਵੱਡੇ ਧਾਰਮਿਕ ਅਖਵਾਉਣ ਵਾਲੇ ਵੀ ਲੀਡਰਾਂ ਦੀਆਂ ਰਖੇਲਾਂ ਬਣ ਕੇ ਬੈਠ ਗਏ। ਉਹਨਾਂ ਦੀ ਜੀ ਹਜ਼ੂਰੀ ਕਰਨ ਤੋਂ ਬਿਨਾਂ ਕੋਈ ਲਾਭ ਨਹੀਂ, ਸੱਚ ਹੈ। ਕਿਉਂਕਿ ਇਹ ਜੇ ਪੁਰਾਣੇ ਸਮੇਂ ਦੇ ਵਿੱਚ ਐਸਾ ਹੋਇਆ ਸੀ, ਐਸਾ ਹੋਇਆ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਬ੍ਰਾਹਮਣ ਤੇ ਰਾਜੇ ਦੀ ਆਪਸ ਵਿੱਚ ਸੰਧੀ ਹੋਈ ਕਿ ਮੈਂ ਤੈਨੂੰ ਭਗਵਾਨ ਕਹਿ ਕੇ ਦੁਨੀਆ ਸਾਹਮਣੇ ਪੇਸ਼ ਕਰਾਂਗਾ, ਪਰ ਜਦੋਂ ਮੈਂ ਤੇਰੇ ਦਰਬਾਰ 'ਚ ਆਵਾਂ ਤੂੰ ਮੇਰੇ ਪੈਰ ਧੋ ਕੇ ਪੀਵੀਂ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਭਾਵੇਂ ਰਾਜਾ ਭਗਵਾਨ ਹੈ ਪਰ ਭਗਵਾਨ ਤੋਂ ਉੱਤੇ ਵੀ ਬ੍ਰਾਹਮਣ ਹੁੰਦਾ ਹੈ। ਅੱਜ ਵੀ ਐਸਾ ਹੋ ਰਿਹਾ ਕਿ ਵੱਡੇ ਵੱਡੇ ਲੀਡਰਾਂ ਨੂੰ ਇਹਨਾਂ ਸਾਧਾਂ ਬਾਰੇ, ਬਾਬਿਆਂ ਬਾਰੇ ਪਤਾ ਨਹੀਂ, ਸਭ ਪਤਾ ਹੈ, ਸਭ ਪਤਾ, ਪਰ ਸੰਧੀ ਹੋਈ ਹੈ। ਫਿਰ ਸਮਝ ਲੈਣਾ ਗੁਣ ਗਾਉਣ ਦਾ ਅਰਥ ਕੀ ਹੈ? ਉਸ ਚੰਗਿਆਈ ਮੁਤਾਬਕ ਆਪਣਾ ਜੀਵਨ ਬਤੀਤ ਕਰਨਾ। ਨਾਨਕ ਗਾਵੀਐ ਗੁਣੀ ਨਿਧਾਨ, ਉਹ ਗੁਣਾਂ ਦੇ ਖਜ਼ਾਨੇ ਨੂੰ ਗਾਉਣ ਦਾ ਅਰਥ ਹੈ ਉਹਨਾਂ ਗੁਣਾਂ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਨੀ। ਜੇ ਉਹ ਨਿਰਵੈਰ ਹੈ ਤੇ ਨਿਰਵੈਰ ਹੋ, ਜੇ ਉਹ ਨਿਰਭਉ ਹੈ ਤੇ ਨਿਰਭਉ ਹੈ, ਜੇ ਉਹ ਅਜੂਨੀ ਹੈ ਤੇ ਜੂਨਾਂ ਤੋਂ ਰਹਿਤ ਹੈ। ਤੂੰ ਤੇ ਜੂਨਾਂ 'ਚ ਪਿਆ ਹੋਇਆ, ਕਦੀ ਕਿਸੇ ਦਾ ਤਨ ਵੇਖ ਕੇ ਮਰ ਜਾਣਾ, ਕਦੀ ਕਿਸੇ ਦਾ ਧਨ ਵੇਖ ਕੇ ਮਰ ਜਾਣਾ, ਕਦੀ ਕਿਸੇ ਦਾ ਘਰ ਵੇਖ ਕੇ ਮਰ ਜਾਣਾ, ਤੇ ਕਦੀ ਕਿਸੇ ਦੇ ਚੇਲੇ ਵੇਖ ਕੇ ਮਰ ਜਾਣਾ। ਤੂੰ ਤੇ ਜੰਮਣ ਮਰਨ 'ਚ ਪਿਆ ਹੋਇਆ, ਤੂੰ ਤੇ ਜੰਮਣ ਮਰਨ ਦੀ ਕਿਰਿਆ 'ਚ ਪਿਆ ਹੋਇਆ। ਤੇ ਇੱਕ ਬੇਨਤੀ ਹੋਰ ਕਰਾਂ, ਗ੍ਰਸਤੀ ਦਾ ਦੁੱਖ ਤੇ ਕਈ ਵਾਰੀ 2-4 ਬੱਚਿਆਂ ਤੱਕ ਸੀਮਿਤ ਹੁੰਦਾ, ਤਿਆਗੀ ਖਵਾਉਣ ਵਾਲੇ ਦਾ ਦੁੱਖ ਉਹ ਤੋਂ ਵੀ ਅੱਗੇ ਹੁੰਦਾ। ਐਵੇਂ ਥੋੜਾ ਸਤਿਗੁਰੂ ਨੂੰ ਕਹਿਣਾ ਪਿਆ ਸੀ ਵੀ ਪੁੰਗਰ ਤਾਪ ਗੇਰੂ ਕੇ ਬਸਤਰਾ ਅਪਦਾ ਕਾ ਮਾਰਿਆ, ਜਿਹੜੀ ਬਿਪਤਾ ਦਾ ਮਾਰਿਆ ਘਰ ਛੱਡ ਕੇ ਤਿਆਗੀ ਬਣਿਆ ਨਾ, ਪੁੰਗਰ ਤਾਪ ਗੇਰੂ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸੇ ਧਾਇਆ, ਪੰਚ ਚੰਡਾਲ ਨਾਲੇ ਲਿਆਇਆ। ਜਿਹੜਾ ਹੰਕਾਰ ਘਰ ਨਹੀਂ ਸੀ ਟਿਕਣ ਦਿੰਦਾ, ਜਿਹੜਾ ਕ੍ਰੋਧ, ਜਿਹੜੀ ਹਉਮੈ ਘਰ ਨਹੀਂ ਸੀ ਟਿਕਣ ਦਿੰਦੀ, ਜਿਹੜੇ ਵਕਾਰ ਘਰ 'ਚ ਨਹੀਂ ਸੀ ਬਹਿਣ ਦਿੰਦੇ, ਉਹ ਵਕਾਰ ਤੇ ਨਾਲ ਹੀ ਗਏ ਨੇ। ਭਾਵੇਂ ਡੇਰੇ ਦੀ 4 ਦੀਵਾਰੀ ਵੜ ਲਈ ਹੈ, ਭਾਵੇਂ 4 ਦੀਵਾਰੀ ਡੇਰੇ ਦੀ ਵੜ ਲਈ ਹੈ। ਫਿਰ ਗੱਲ ਨੂੰ ਸਮਝਣਾ, ਗੁਰੂ ਪਾਤਸ਼ਾਹ ਨੇ ਕਿੰਨੇ ਪਿਆਰੇ ਨੁਕਤੇ ਸਮਝਾ ਕੇ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਉਹਨੂੰ ਗਾਉਣਾ ਹੈ, ਸੁਣੀਏ ਉਹਨੂੰ ਸੁਣਨਾ ਹੈ। ਕਿੱਦਾਂ ਸੁਣਨਾ ਹੈ? ਆਪਣੀ ਜ਼ਿੰਦਗੀ 'ਚ ਉਹ ਗੁਣ, ਉਹ ਚੰਗਿਆਈਆਂ ਲੈ ਕੇ ਆਉਣੀਆਂ ਨੇ। ਆਪਣੇ ਕਰਮ ਇੰਦਰੀਆ, ਆਪਣੇ ਗਿਆਨ ਇੰਦਰੀਆਂ ਨੂੰ ਸਚਿਆਰ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਗਾਵੀਏ ਸੁਣੀਏ, ਮਨ ਰੱਖੀਏ ਭਾਉ, ਆਪਣੇ ਮਨ ਵਿੱਚ ਪਿਆਰ, ਮੁਹੱਬਤ, ਸਨੇਹ, ਇਹ ਕੁਆਲਿਟੀ, ਇਹ ਗੁਣ ਜ਼ਿੰਦਗੀ 'ਚ ਟਿਕਾ ਕੇ ਰੱਖਣੇ ਨੇ। ਗਾਵੀਏ ਸੁਣੀਏ ਮਨ ਰੱਖੀਏ ਭਾਉ, ਮਾਰੇ ਫਿਰ ਇਹਦੇ ਨਾਲ ਕੀ ਕਹਿੰਦੇ? ਦੁੱਖ ਪਰ ਹਰ। ਕਿਹੜਾ ਦੁੱਖ? ਗੋਡਾ ਦੁਖਣਾ, ਮੋਢਾ ਦੁਖਣਾ, ਸਿਰ ਦੁਖਣਾ, ਬੁਖਾਰ ਹੋਣਾ, ਇਹ ਦੁੱਖ ਹੈ? ਨਹੀਂ, ਦੁੱਖ ਵਿਛੋੜਾ। ਕਿਉਂਕਿ ਗੁਰ ਕੀ ਬਾਣੀ ਜਿਹੜੀ ਹੈ ਨਾ, ਉਹ ਗੁਰੂ ਦੀ ਬਾਣੀ ਵਿੱਚੋਂ ਸਮਝਣੀ ਪੈਣੀਗੀ। ਗੁਰ ਕੀ ਬਾਣੀ ਗੁਰ ਤੇ ਜਾਤੀ, ਗੁਰੂ ਦੀ ਸਿੱਖਿਆ ਨੂੰ ਗੁਰੂ ਦੀ ਸਿੱਖਿਆ ਵਿੱਚੋਂ ਵਿਚਾਰਨਾ ਪਵੇਗਾ। ਮਹਾਰਾਜ ਕਿਹੜੇ ਦੁੱਖ ਦੀ ਗੱਲ ਕਰ ਰਹੇ ਨੇ? ਦੁੱਖ ਵਿਛੋੜਾ। ਵਿਛੋੜਾ ਇੱਕ ਸਭ ਤੋਂ ਵੱਡਾ ਦੁੱਖ ਹੈ। ਜਿਹੜਾ ਮੈਂ ਸੱਚ ਨਾਲੋਂ ਵਿਛੜਿਆ ਹੋਇਆ ਸੀ ਤਾਂ ਮੈਂ ਸਚਿਆਰਾ ਨਹੀਂ ਸੀ ਬਣ ਪਾ ਰਿਹਾ। ਸਚਿਆਰਾ ਬਣਨ ਵਾਸਤੇ ਵਿਛੋੜਾ ਦੂਰ ਕਰਨਾ ਪੈਣਾ। ਦੁੱਖ ਵਿਛੋੜਾ, ਦੁੱਖ ਪਰ ਹਰ, ਵਿਛੋੜੇ ਦਾ ਦੁੱਖ ਦੂਰ ਕਰਕੇ ਸੁੱਖ ਘਰ ਲੈ ਜਾਏ। ਕਿਹੜੇ ਘਰ? ਘਰ ਵੀ 2 ਕਿਸਮ ਦੇ ਹੁੰਦੇ ਨੇ। ਇੱਕ ਉਹ ਘਰ ਹੈ ਜਿੱਥੇ ਸਾਡਾ ਤਨ ਰਹਿੰਦਾ ਹੈ, ਇੱਕ ਉਹ ਘਰ ਹੈ ਜਿੱਥੇ ਸਾਡਾ ਮਨ ਰਹਿੰਦਾ ਹੈ। ਸਰੀਰ ਦੇ ਰਹਿਣ ਵਾਲੀ ਦੇ ਘਰ ਬਣਾ ਲਿਆ, ਮਨ ਸਾਰੀ ਜ਼ਿੰਦਗੀ ਨਘਰਾ ਹੀ ਤੁਰਿਆ ਫਿਰਦਾ ਹੈ। ਤੁਸੀਂ ਨੋਟ ਕਰਿਓ, ਮਨ ਦਾ ਘਰ ਤੇ ਅਜੇ ਤੱਕ ਬਣਾਇਆ ਨਹੀਂ। ਤਾਂ ਹੀ ਤੇ ਗੁਰਦੇਵ ਨੂੰ ਬਾਣੀ 'ਚ ਕਹਿਣਾ ਪਿਆ ਸੀ, ਪਾਜ ਥੂਨੀਆਂ ਛਪਰਾ ਥਾਮਿਆ ਨੀ ਘਰਿਆ, ਘਰ ਪਾਇਆ ਰੇ। ਮਨ ਘਰਾ ਤੁਰਿਆ ਫਿਰਦਾ। ਬਹੁਤਿਆਂ ਦੇ ਤਨ ਰਾਤ ਨੂੰ ਘਰ ਚਲੇ ਜਾਂਦੇ, ਮਨ ਉੱਥੇ ਹੁੰਦੇ ਹੀ ਨਹੀਂ। ਤਨ ਰਾਤ ਨੂੰ ਬੈਡਰੂਮ 'ਚ ਹੁੰਦੇ ਨੇ, ਤਨ ਆਪਣੇ ਬੱਚਿਆਂ 'ਚ ਹੁੰਦੇ ਨੇ, ਪਰ ਮਨ ਨਾਲ ਨਹੀਂ ਹੁੰਦੇ। ਮਨ ਤੇ ਬਾਹਰ ਭੱਜੇ ਫਿਰਦੇ ਨੇ। ਕੋਈ ਕਿਸੇ ਦੀ ਗੱਡੀ ਤੇ ਅੱਖ ਰੱਖ ਕੇ ਬੈਠਾ ਹੈ, ਕੋਈ ਕਿਸੇ ਦੇ
ਪਰਿਵਾਰ ਤੇ ਅੱਖ ਰੱਖ ਕੇ ਬੈਠਾ ਹੈ, ਕੋਈ ਕਿਸੇ ਦੀ ਜਾਇਦਾਦ ਤੇ ਨਿਗਾਹ ਰੱਖ ਕੇ ਬੈਠਾ ਹੈ, ਮਨ ਆਪਣੇ ਆਪ ਬਾਹਰ ਚਲਾ ਗਿਆ, ਮਨ ਨਿਕਰਾ ਹੋ ਕੇ ਤੁਰਿਆ ਫਿਰਦਾ ਹੈ। ਜਦੋਂ ਮਨ ਸੁਖੀ ਹੋਏਗਾ ਤੇ ਤਨ ਆਪਣੇ ਆਪ ਸੁਖੀ ਹੋਗਾ। ਤਾਂ ਬਾਣੀ ਚ ਆਖਿਆ ਸੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਇੱਥੇ ਹਿਰਦੇ ਰੂਪੀ ਘਰ ਦੀ ਗੱਲ ਹੋ ਰਹੀ ਹੈ। ਜਿਹਦੇ ਹਿਰਦੇ ਰੂਪੀ ਘਰ ਵਿੱਚ ਸੁਖ ਹੈ ਉਹਦਾ ਤਨ ਸੁਖੀ, ਜਿਹਦਾ ਤਨ ਸੁਖੀ ਉਹਦਾ ਇੱਟਾਂ ਵਾਲਾ ਘਰ ਆਪਣੇ ਆਪ ਸੁਖੀ ਹੋ ਜਾਣਾ ਹੈ। ਤੁਸੀਂ ਨੋਟ ਕਰਿਓ, ਜਦੋਂ ਬੰਦੇ ਦਾ ਮਨ ਕਲਪਿਆ ਹੋਵੇ ਨਾ ਉਦੋਂ ਤਨ ਵੀ ਕਲਪਦਾ ਹੈ। ਜਦੋਂ ਤਨ ਕਲਪਿਆ ਹੋਵੇ ਤੇ ਘਰ 'ਚ ਆਪਣੇ ਆਪ ਕਲਪਨਾ ਸ਼ੁਰੂ ਹੋ ਜਾਂਦੀ ਹੈ। ਉਹ ਫਿਰ ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ। ਤਾਂ ਹੀ ਬਜ਼ੁਰਗਾਂ ਦੀ ਇਹ ਖਾਣ ਸੀ ਵੀ ਭਾਈ ਕਲੇਸ਼ ਚੰਗਾ ਨਹੀਂ ਹੁੰਦਾ। ਕਲੇਸ਼ ਹੋਵੇ ਤੇ ਘਰ 'ਚ ਘੜਿਆਂ 'ਚ ਵੀ ਪਾਣੀ ਮੁੱਕ ਜਾਂਦਾ। ਦੁੱਧ ਘਿਓ ਤੇ ਬਹੁਤ ਦੂਰ ਦੀਆਂ ਗੱਲਾਂ ਨੇ। ਘੜਾ ਦੇ ਵਿੱਚ ਜਿਹੜਾ ਪਾਣੀ ਪੀਣ ਲਈ ਰੱਖਿਆ ਸੀ ਪਾਣੀ ਵੀ ਨਹੀਂ ਰਹਿਣਾ। ਕਲੇਸ਼ ਬਹੁਤ ਮਾੜਾ। ਤੇ ਅੱਜ ਘਰਾਂ 'ਚ ਸੱਚੀ ਗੱਲ ਹੈ, ਕਲੇਸ਼ ਦਾ ਕਾਰਨ ਇਹੋ ਆ ਕਿ ਮਨ ਦੀ ਖੁਰਾਕ ਸਾਡੀ ਸਹੀ ਨਹੀਂ। ਗੁਰਦੇਵ ਮਹਾਰਾਜ ਇੱਥੇ ਬਖਸ਼ਿਸ਼ ਕਰ ਰਹੇ ਨੇ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਇਹ ਜਿਹੜਾ ਵਿਛੋੜੇ ਦਾ ਦੁੱਖ ਸੀ ਇਹਨੂੰ ਦੂਰ ਕਰਕੇ ਆਪਣੇ ਹਿਰਦੇ ਰੂਪੀ ਘਰ ਵਿੱਚ ਸੁੱਖ ਜਦੋਂ ਤੇਰੇ ਆ ਗਿਆ, ਜਦੋਂ ਹਿਰਦੇ ਰੂਪੀ ਘਰ 'ਚ ਸੁੱਖ ਆ ਗਿਆ ਫਿਰ ਆਪਣੇ ਆਪ ਤਨ ਨੇ ਵੀ ਸੁਖੀ ਹੋ ਜਾਣਾ। ਜਦੋਂ ਤਨ ਸੁਖੀ ਹੋ ਗਿਆ ਤੇ ਇੱਟਾਂ ਵਾਲੇ ਘਰ 'ਚ ਆਪਣੇ ਆਪ ਹੀ ਸੁੱਖ ਆ ਜਾਣਾ, ਜਿੱਥੇ ਪਰਿਵਾਰ ਰਹਿ ਰਹੇ, ਜਿੱਥੇ ਭਾਈ ਤੁਸੀਂ ਰਹਿ ਰਹੇ ਜੇ। ਘਰ ਜ਼ਮੀਨ ਜਾਇਦਾਦ ਇਹ ਚੀਜ਼ਾਂ ਕੋਈ ਮਾੜੀਆਂ ਨਹੀਂ ਹੁੰਦੀਆਂ। ਇਸ ਘਰ 'ਚ ਲੜਾਈ ਬੜੀ ਹੈ, ਘਰ ਕਦੀ ਨਹੀਂ ਲੜਦਾ, ਲੜਦੇ ਉੱਥੇ ਰਹਿਣ ਵਾਲੇ ਜੀਵ ਨੇ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਇੱਥੇ ਵੀ ਮਹਾਰਾਜ ਕਹਿੰਦੇ ਨੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਗੁਰਮੁਖ ਨਾਦੰ, ਨਾਦ ਦਾ ਅਰਥ ਹੈ ਸ਼ਬਦ, ਗੁਰਮੁਖ ਵੇਦੰ, ਵੇਦ ਦਾ ਅਰਥ ਹੈ ਗਿਆਨ। ਗੁਰੂ ਦੇ ਰਾਹੀਂ ਮੈਨੂੰ ਉਸ ਗੱਲ ਦੀ ਸਮਝ ਆਉਣੀ ਹੈ, ਉਸ ਸੱਚ ਦੇ ਨਾਲ ਮੇਰੀ ਸਾਂਝ ਪੈਣੀ ਹੈ। ਗੁਰੂ ਗਿਆਨ ਦੇ ਰਾਹੀਂ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋਣਾ ਹੈ ਕਿ ਗੁਰਮੁਖ ਰਹਾ ਸਮਾਈ, ਖੱਖੇ ਨੂੰ ਸਿਹਾਰੀ ਹੈ। ਗੁਰੂ ਦੇ ਰਾਹੀਂ ਇਸ ਚੀਜ਼ ਦੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਮਹਿਸੂਸ ਕਰਨੀ ਕਿ ਉਹ ਮਾਲਕ ਸਾਰਿਆਂ ਵਿੱਚ ਇੱਕ ਰਸ ਵਿਆਪਕ ਹੈ, ਜਿਹਦਾ ਮੈਂ ਵੀ ਇੱਕ ਹਿੱਸਾ ਹਾਂ। ਮੈਂ ਆਪਣੇ ਆਪ ਨੂੰ ਆਪ ਸਵਾਰਨਾ ਹੈ। ਗੁਰਮੁਖ ਰਿਹਾ ਸਮਾਈ, ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਕੋਈ ਗੋਰਖ ਨੂੰ ਗੁਰੂ ਆਂਦਾ ਸੀ, ਕੋਈ ਈਸ਼ਰ ਨੂੰ ਗੁਰੂ ਆਂਦਾ ਸੀ, ਕੋਈ ਬ੍ਰਹਮਾ ਨੂੰ ਗੁਰੂ ਆਂਦਾ ਸੀ, ਕੋਈ ਪਾਰਬਤੀ ਨੂੰ ਮਾਈ ਆਂਦਾ ਸੀ। ਤੇ ਮਹਾਰਾਜ ਅੱਗੇ ਜਾ ਕੇ ਪਤਾ ਕੀ ਨਿਖੇੜਾ ਕਰਦੇ ਆ, ਕਹਿੰਦੇ ਜੇ ਹੋਂ ਜਾਣਾ, ਜੇ ਮੈਂ ਸਚਿਆਰੇ ਬਣਨ ਵਾਲੀ ਸਿੱਖਿਆ ਨੂੰ ਜਾਣ ਲਵਾਂ, ਜੇ ਮੈਨੂੰ ਪਤਾ ਲੱਗ ਜਾਏ ਕਿ ਥਾਪਿਆ ਨਾ ਜਾਏ ਕੀਤਾ ਨਾ ਹੋਏ, ਜੇ ਮੈਨੂੰ ਸੱਚੀ ਪਤਾ ਲੱਗ ਗਿਆ, ਇਸ ਚੀਜ਼ ਨੂੰ ਮੈਂ ਆਪਣੇ ਅੰਦਰ ਮਹਿਸੂਸ ਕਰ ਲਿਆ, ਜੇ ਹੋਂ ਜਾਣਾ ਆਖਾਂ ਨਹੀਂ, ਤੇ ਮੈਂ ਈਸ਼ਰ ਬ੍ਰਹਮਾ ਗੋਰਖ ਪਾਰਬਤੀ ਮਾਈ ਨੂੰ ਗੁਰੂ ਕਦੀ ਵੀ ਨਹੀਂ ਕਹਿੰਦਾ, ਕਿਉਂਕਿ ਇਹ ਤੇ ਸਥਾਪਿਤ ਕੀਤੇ ਹੋਏ ਨੇ। ਮੈਂ ਇਹਨਾਂ ਨੂੰ ਗੁਰੂ ਕਿਉਂ ਕਹਾਂ? ਕਿਉਂਕਿ ਇਹ ਸੱਚੀ ਸਥਾਪਿਤ ਕੀਤੇ ਹੋਏ ਨੇ। ਭਾਵੇਂ ਕਿਸੇ ਦਾ ਜਨਮ ਹੋਇਆ ਤੇ ਭਾਵੇਂ ਕਿਸੇ ਬੰਦੇ ਦੀ ਸੋਚ ਵਿੱਚੋਂ ਪੈਦਾ ਕੀਤੇ ਹੋਏ ਨੇ, ਮੈਂ ਇਹਨਾਂ ਨੂੰ ਗੁਰੂ ਕਿੱਦਾਂ ਕਹਾਂ? ਕਿਉਂਕਿ ਮੈਂ ਤੇ ਮੰਨਦਾ ਉਹਨੂੰ ਆ ਜਿਹੜਾ ਸਥਾਪਿਤ ਨਹੀਂ ਕੀਤਾ ਜਾ ਸਕਦਾ। ਇਹ ਸਥਾਪਿਤ ਕੀਤੇ ਹੋਏ ਨੇ, ਇਹਨਾਂ ਦੇ ਨਾਂ ਤੇ ਮੰਦਰ ਸਥਾਨ ਬਣੇ ਹੋਏ ਨੇ। ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਗੁਰਦੇਵ ਪਿਤਾ ਮਹਾਰਾਜ ਕਹਿੰਦੇ ਨੇ ਇਹ ਗੱਲ ਯਾਦ ਰੱਖਣਾ ਕਿ ਮੈਂ ਜੇ ਮੈਨੂੰ ਸੱਚੀ ਇਸ ਗੱਲ ਦੀ ਸਮਝ ਲੱਗ ਜਾਏ, ਜੇ ਹੋਂ ਜਾਣਾ ਆਖਾਂ, ਜੇ ਹੋਂ ਜਾਣਾ, ਜੇ ਮੈਂ ਇਸ ਗੱਲ ਨੂੰ ਜਾਣ ਲਵਾਂ ਕਿ ਸਚਿਆਰਾ ਬਣਨ ਵਾਸਤੇ ਆਹ ਗੁਣ, ਆਹ ਕੁਆਲਿਟੀ ਹੁੰਦੀ ਹੈ, ਐਦਾਂ ਉਹਦੇ ਨਾਲ ਸਾਂਝ ਪਾਉਂਦੀ ਹੈ ਗੁਣੀ ਨਿਧਾਨ ਮਾਲਕ ਦੇ ਨਾਲ। ਜੇ ਹੋਂ ਜਾਣਾ ਆਖਾਂ ਨਹੀਂ, ਕਹਿੰਦੇ ਕਹਿਣਾ ਕਥਨ ਨਾ ਜਾਈ। ਫਿਰ ਮੈਂ ਆਪਣੀ ਜ਼ਿੰਦਗੀ ਵਿੱਚ ਇਹੋ ਚੀਜ਼ ਬਾਰ-ਬਾਰ ਅਹਿਸਾਸ ਕਰਾਂਗਾ ਕਿ ਉਹ ਮਾਲਕ ਸਾਰਿਆਂ ਥਾਵਾਂ ਤੇ ਇੱਕ ਰਸ ਵਿਆਪਕ ਹੈ, ਉਹਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ। ਕਹਿਣਾ ਕਥਨ ਨਾ ਜਾਈ, ਕਹਿਣ ਲੱਗੇ ਫਿਰ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ ਜਿਹੜਾ ਏਡਾ ਵੱਡਾ ਮਾਲਕ ਸਾਰਿਆਂ ਵਿੱਚ ਇੱਕ ਰਸ ਵਿਆਪਕ ਹੈ। ਫਿਰ ਗੱਲ ਨੂੰ ਸਮਝ ਲੈਣਾ, ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਜੇ ਹੋਂ ਜਾਣਾ, ਜੇ ਮੈਂ ਉਸ ਨੂੰ ਸੱਚੀ ਜਾਣ ਲਵਾਂ ਤੇ ਆਖਾਂ ਨਹੀਂ। ਮੈਂ ਇਹਨਾਂ ਨੂੰ ਕਦੇ ਵੀ ਨਹੀਂ ਕਹਿੰਦਾ ਵੀ ਇਹ ਗੁਰੂ ਨੇ, ਭਾਵੇਂ ਉਹ ਈਸ਼ਰ ਹੈ, ਭਾਵੇਂ ਬ੍ਰਹਮਾ ਹੈ, ਭਾਵੇਂ ਪਾਰਬਤੀ ਹੈ। ਇਹਨਾਂ ਨੂੰ ਲੋਕੀ ਆਂਦੇ ਗੁਰੂ, ਇਹਨਾਂ ਨੂੰ ਭਗਵਾਨ ਬਣਾ ਕੇ ਪੂਜਦੇ ਨੇ। ਵੱਖਰੀ ਗੱਲ ਹੈ ਕਿੱਡੇ ਨਿੱਗਰ ਵਿਚਾਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੇ ਸੀ। ਭਾਵੇਂ ਅੱਜ ਸਿੱਖ ਅਖਵਾਉਣ ਵਾਲਾ ਵੀ ਇਹਨਾਂ ਦੇਵੀ ਦੇਵਤਿਆਂ ਦੇ ਪੈਰਾਂ 'ਚ ਬੈਠਾ। ਅੱਜ ਤੁਹਾਨੂੰ ਬਹਿਰੂਪੀਆ ਸਿੱਖ, ਤਨ ਦਾ ਤਨ, ਜਿਹਨੇ ਤਨ ਨੂੰ ਸਿੱਖ ਬਣਾਇਆ, ਮਨ ਨਹੀਂ ਬਣਿਆ, ਉਹ ਤੁਹਾਨੂੰ ਮੰਦਰਾਂ 'ਚ ਵੀ ਟੱਲੀਆਂ ਖੜਕਾਉਂਦਾ ਨਜ਼ਰ ਆਏਗਾ। ਤੁਹਾਨੂੰ ਸ਼ਨੀਵਾਰ ਤੇਲ ਚੜਾਉਂਦਾ ਨਜ਼ਰ ਆਏਗਾ ਮੰਦਰਾਂ ਦੇ ਵਿੱਚ। ਆਪਣੀਆਂ ਦੁਕਾਨਾਂ ਤੇ ਖਾਲਸੇ ਅਖਵਾਉਣ ਵਾਲੇ ਇੱਕ ਬੰਨੇ ਮਨੋਕਲਪਤ ਹੈ, ਭਾਵੇਂ ਤਸਵੀਰਾਂ ਗੁਰੂ ਦੀਆਂ ਉਹ ਲਾਈਆਂ ਹੋਣਗੀਆਂ, ਲਾਗੇ ਦੇਵੀ ਦੇਵਤਿਆਂ ਦੀਆਂ ਵੀ ਲਾਈਆਂ ਹੋਣਗੀਆਂ। ਇਹ ਤੋਂ ਪਤਾ ਲੱਗਦਾ ਕਿ ਅਸੀਂ ਨਿਗਲੇ ਜਾ ਚੁੱਕੇ ਹਾਂ। ਜਿਵੇਂ ਸਰਦਾਰ ਕੁਲਬੀਰ ਸਿੰਘ ਕੌੜੇ ਨੇ ਲਿਖਿਆ ਸੀ ਨਾ, ਤੇ ਸਿੱਖ ਵੀ ਨਿਗਲਿਆ ਗਿਆ। ਸੱਚੀ ਨਿਗਲੇ ਜਾ ਚੁੱਕੇ ਹਾਂ। ਸਿਰਫ ਦੇਖਦੇ ਸਿੱਖ ਰਹਿ ਗਏ,
ਪਰ ਅੰਦਰ ਸਾਰੇ ਉਹ ਕਰਮ ਕਾਂਡ ਆ ਗਏ। ਫਿਰ ਗੱਲ ਨੂੰ ਸਮਝਿਓ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ, ਜੇ ਹਉ ਜਾਣਾ, ਜੇ ਮੈਂ ਜਾਣ ਲਵਾਂ ਕਿ ਸਚਿਆਰੇ ਦਾ ਰੂਪ ਕਿੱਦਾਂ ਬਣੀਦਾ ਤੇ ਆਖਾਂ ਨਹੀਂ। ਮੈਂ ਇਹਨਾਂ ਨੂੰ ਕਦੀ ਵੀ ਨਹੀਂ ਕਹਿੰਦਾ ਇਹ ਗੁਰੂ ਨੇ ਮੇਰੇ ਵਾਸਤੇ ਜਿਨ੍ਹਾਂ ਦਾ ਨਾਂ ਲਿਆ ਹੈ, ਭਾਵੇਂ ਈਸ਼ਰ ਹੈ, ਭਾਵੇਂ ਬ੍ਰਹਮਾ ਹੈ, ਭਾਵੇਂ ਗੋਰਖ ਹੈ, ਭਾਵੇਂ ਪਾਰਬਤੀ ਮਾਈ ਹੈ। ਕਹਿਣਾ ਕਥਨ ਨਾ ਜਾਈ। ਮੈਂ ਕਦੀ ਵੀ ਨਹੀਂ ਇਹ ਚੀਜ਼ ਨੂੰ ਕੱਥ ਦਾ ਕਦੀ ਵੀ ਨਹੀਂ ਬਿਆਨ ਕਰਦਾ। ਇਸ ਕਰਕੇ ਗੁਰਾ ਇੱਕ ਦੇ ਬੁਝਾਈ, ਹੈ ਗੁਰੂ ਮੈਨੂੰ ਇੱਕ ਗੱਲ ਬੁਝਾ ਦਿਓ, ਇੱਕ ਸਿੱਖਿਆ ਮੇਰੀ ਸੁਰਤ ਵਿੱਚ ਟਿਕਾ ਦਿਓ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸਾਰਿਆਂ ਜੀਵਾਂ ਦਾ ਦਾਤਾ ਇੱਕੋ ਹੈ। ਸੋ ਮੈਂ ਵਿਸਰ ਨਾ ਜਾਈ, ਉਹ ਮੈਨੂੰ ਭੁੱਲ ਨਾ ਜਾਏ, ਮੈਂ ਉਹਨੂੰ ਵਿਸਾਰ ਨਾ ਦੇਵਾਂ ਆਪਣੀ ਜ਼ਿੰਦਗੀ ਵਿੱਚੋਂ। ਇਹ ਮੇਰੀ ਮਾਲਕ ਜੀ ਤੁਹਾਡੇ ਚਰਨਾਂ 'ਚ ਅਰਦਾਸ ਹੈ। ਆਓ ਆਪਾਂ ਵੀ ਆਪਣੀ ਜ਼ਿੰਦਗੀ 'ਚ ਇੱਕ ਦਾਤੇ ਨਾਲ ਸਾਂਝ ਪਾਈਏ, ਜਿਹਦਾ ਅਸੀਂ ਹਿੱਸਾ ਵਾਂ, ਜਿਹਦੇ ਅਸੀਂ ਵੀ ਰੂਪ ਹਾਂ। ਆਓ ਆਪਣੀ ਜ਼ਿੰਦਗੀ 'ਚ ਇਹ ਗੁਣ ਲਿਆ ਕੇ ਅਸੀਂ ਸਚਿਆਰੇ ਬਣ ਸਕੀਏ, ਜਿਵੇਂ ਆਪਾਂ ਇਸ ਤੋਂ ਪਹਿਲੀ ਪੌੜੀ ਵਿੱਚ ਸਮਝ ਸਕੇ ਹਾਂ। ਆਓ ਇਸ ਗੱਲ ਨੂੰ ਆਪਾਂ ਅੱਗੇ ਤੋਰਦਿਆਂ ਹੋਇਆਂ ਆਉਣ ਵਾਲੀਆਂ ਪੌੜੀਆਂ 'ਚ ਵੀ ਗੁਰੂ ਵੱਲੋਂ ਦਿੱਤੀ ਹੋਈ ਸਿੱਖਿਆ ਇੱਦਾਂ ਸਮਝਦੇ ਜਾਈਏ, ਅਰਥ ਭਾਵ ਆਪ ਆਪਣੇ ਬੱਚਿਆਂ ਨਾਲ ਸਾਂਝੇ ਕਰਦੇ ਜਾਈਏ। ਗੁਰੂ ਸਾਹਿਬ ਦੇ ਬਹੁਤ ਅਮੋਲਕ ਬਚਨ ਨੇ ਜਿਹੜੇ ਆਪਾਂ ਰਲ ਮਿਲ ਕੇ ਸਾਂਝੇ ਕਰਨ ਦਾ ਯਤਨ ਕਰ ਰਹੇ ਹਾਂ। ਸਾਧ ਸੰਗਤ ਜੀ, ਆਓ ਆਸ ਹੈ ਤੁਸੀਂ ਆਪਣੇ ਘਰਾਂ ਵਿੱਚ ਬੈਠੇ ਆ, ਬਾਣੀ ਪੜ੍ਹਦੇ ਆ, ਵਿਚਾਰਦੇ ਆ, ਲਾਭ ਪ੍ਰਾਪਤ ਕਰਦੇ ਹੋਗੇ। ਆਓ ਆਪ ਸਹਿਜ ਪਾਠ ਕਰੀਏ, ਬਾਣੀ ਸਮਝੀਏ, ਵਿਚਾਰੀਏ ਤੇ ਹੰਸ ਬਿਰਤੀ ਲੈ ਕੇ ਚੁੱਭੀਆਂ ਮਾਰੀਏ ਇਸ ਬਾਣੀ ਦੇ ਮਹਾਨ ਸਾਗਰ ਵਿੱਚ, ਤਾਂ ਕਿ ਅਸੀਂ ਆਪਣੇ ਮਨ ਨੂੰ ਅਮੀਰ ਕਰ ਸਕੀਏ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।